ਧੰਨਵਾਦ ਧਾਮੀ ਸਾਹਿਬ। ਦੇਰ ਆਏ ਦਰੁਸਤ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਤੁਸੀਂ ਸੋਚ ਰਹੇ ਹੋਵੋਗੇ ਕਿ ਐਸਜੀਪੀਸੀ ਨੂੰ ਰੋਜ਼ ਉਹਨਾਂ ਦੇ ਕੀਤੇ ਹੋਏ ਕਾਰਨਾਮੇ ਦਿਖਾਉਣ ਵਾਲਾ, ਉਹਨਾਂ ਨੂੰ ਸੱਚ ਦਾ ਸ਼ੀਸ਼ਾ ਵਿਖਾਉਣ ਵਾਲਾ ਅੱਜ ਸ਼ੁਰੂਆਤ ਦੇ ਵਿੱਚ ਹੀ ਧੰਨਵਾਦ ਕਿਉਂ ਕਰ ਰਿਹਾ ਹੈ? ਕਿਉਂਕਿ ਦੇਖੋ, ਮੈਂ ਕੋਈ ਐਸਜੀਪੀਸੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੁਸ਼ਮਣ ਨਹੀਂ ਆ। ਦਿਲੋਂ ਚਾਹੁੰਦਾ ਆ ਵੀ ਇਹ ਸੰਸਥਾ ਉੱਦਾਂ ਦੀ ਬਣੀ, ਉੱਦਾਂ ਦੀ ਰਹੇ ਜਿੱਦਾਂ ਦੀ 1920 ਦੇ ਵਿੱਚ ਬਣਾਈ ਗਈ ਸੀ, ਜਾਂ ਜਿੱਦਾਂ ਜੋ ਸੋਚ ਕੇ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਸੀ। ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਹ ਕਾਰਜ ਕਰੇ। ਜਿਹੜੀਆਂ ਊਨਤਾਈਆਂ ਕੌਮ ਦੇ ਵਿੱਚ ਆ ਰਹੀਆਂ ਨੇ, ਗਿਰਾਵਟਾਂ ਆ ਰਹੀਆਂ ਨੇ, ਉਹਨਾਂ ਨੂੰ ਦੂਰ ਕਰਨ ਵਾਸਤੇ ਇਹ ਸੰਸਥਾ ਕਾਰਜ ਕਰੇ। ਜਿਹੜੇ ਮਸੰਦ ਸਿੱਖੀ ਭੇਖ ਦੇ ਵਿੱਚ ਸਾਡੀ ਕੌਮ ਦੇ ਵਿੱਚ ਬੜੇ ਨੇ, ਉਹਨਾਂ ਨੂੰ ਕੱਢ ਕੇ ਬਾਹਰ ਕਰੇ ਇਹ ਸੰਸਥਾ। ਪਰ ਜੇਕਰ ਇਸ ਸੰਸਥਾ ਦੇ ਵਿੱਚ ਹੀ ਗਿਰਾਵਟਾਂ ਆ ਜਾਣ, ਇਸ ਦੇ ਵਿੱਚ ਹੀ ਮਸੰਦ ਭਰਤੀ ਹੋ ਜਾਣ, ਇਹ ਸੰਸਥਾ ਨੂੰ ਰਨ ਕਰਨ ਵਾਲੇ, ਚਲਾਉਣ ਵਾਲੇ ਹੀ ਕਰਪਸ਼ਨ ਕਰਨ ਲੱਗ ਪੈਣ, ਗੁਰੂ ਘਰ ਦੀਆਂ ਗੋਲਕਾਂ ਖਾਣ ਲੱਗ ਪੈਣ, ਗੁਰੂ ਦਾ ਸੋਨਾ ਵੇਚਣ ਲੱਗ ਪੈਣ, ਕਣਕ ਝੋਨਾ ਤੱਕ ਵੇਚ ਕੇ ਖਾ ਜਾਣ, ਜ਼ਮੀਨਾਂ ਤੱਕ ਆਪਣਿਆਂ ਦੇ ਨਾਮ ਲਵਾ ਜਾਣ, ਪੱਟੇ ਆਪਣਿਆਂ ਦੇ ਨਾਮ ਚੜਾ ਜਾਣ, ਤੇ ਗੁਰੂ ਦੀ ਗੋਲਕ ਦੇ ਵਿੱਚ ਇੱਕ ਪੈਸਾ ਨਾ ਪਾਣ। ਈਵਨ ਝੋਨੇ ਤੱਕ ਦੇ ਪੈਸੇ ਵੀ 4-4 ਸਾਲਾਂ ਬਾਅਦ ਜਮ੍ਹਾਂ ਕਰਾਉਣ। 1-1 ਲੱਖ ਤੇ ਚੜ੍ਹਨ ਵਾਲੀਆਂ ਕਿਰਾਏ ਤੇ ਦੁਕਾਨਾਂ 4-4 ਹਜ਼ਾਰ ਨੂੰ ਜੇ ਦੇਣ ਬਹਿ ਜਾਣ, ਤੇ ਫਿਰ ਉਸ ਤੋਂ ਬਾਅਦ ਕਹਿਣ ਕਿ ਅੱਜ ਸਰਾਹਾਂ ਵੀ ਘਾਟੇ 'ਚ ਨੇ, ਅਸੀਂ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਦੀਆਂ ਐਸਜੀਪੀਸੀ ਦੇ ਤਨਖਾਹਾਂ ਨਹੀਂ ਦੇ ਸਕਦੇ ਜੀ, ਸਕੂਲ ਘਾਟੇ 'ਚ ਨੇ, ਕਾਲਜ ਘਾਟੇ 'ਚ ਨੇ, ਸਿਰਫ ਛੋਟੇ ਕਾਮਿਆਂ ਵਾਸਤੇ ਘਾਟੇ 'ਚ। ਪਰ ਇਹਨਾਂ ਦੇ ਜਿਹੜੇ ਕਰਿੰਦੇ ਨੇ, ਇਹਨਾਂ ਦੇ ਜਿਹੜੇ ਆਕਾ ਨੇ, ਇਹਨਾਂ ਦੇ ਜਿਹੜੇ ਸਿਆਸਤਦਾਨ ਨੇ, ਉਹਨਾਂ ਦੇ ਵਾਸਤੇ ਸਭ ਖੁੱਲ੍ਹਾ, ਉੱਥੇ ਕੋਈ ਘਾਟਾ ਨਹੀਂ। ਫਿਰ ਗੁੱਸਾ ਚੜ੍ਹਦਾ ਆ। ਪਰ ਇੱਕ ਚੰਗਾ ਕੰਮ ਕੀਤਾ, ਚਲੋ ਧਾਮੀ ਸਾਹਿਬ ਵਾਸਤੇ ਮੈਂ ਭੌਂਕਾ ਹੀ ਸਹੀ ਦਾ, ਪਰ ਮੈਨੂੰ ਖੁਸ਼ੀ ਹੈ ਵੀ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਹੁਣ ਜਾਰੀ ਕੀਤੀ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਮੈਂ ਦਿਖਾ ਵੀ ਦੇਣਾ ਆ, ਤੇ ਪੜ੍ਹ ਕੇ ਵੀ ਸੁਣਾਣੀ ਬਣਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਰਾਜਾਂ ਵਿੱਚ ਚੱਲ ਰਹੇ ਸਕੂਲ, ਕਾਲਜ, ਅਦਾਰਿਆਂ ਆਦਿ ਵਿੱਚ 30 ਧਾਰਮਿਕ ਅਧਿਆਪਕਾਂ ਦੀ, ਠੀਕ ਹੈ ਜੀ, ਕਿਉਂਕਿ ਤੁਹਾਨੂੰ ਪਤਾ ਕਿ ਬੀਤੇ ਕਈ ਐਪੀਸੋਡਸ ਦੇ ਵਿੱਚ ਲਗਾਤਾਰ ਮੈਂ ਐਸਜੀਪੀਸੀ ਨੂੰ ਇਹ ਸਵਾਲ ਕੀਤੇ ਨੇ ਵੀ ਤੁਸੀਂ ਧਰਮ ਸ਼ਾਸਤਰ ਵਾਸਤੇ ਕੀਤਾ ਕੀ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹੀ ਧਾਰਮਿਕ ਜਥੇਬੰਦੀ ਹੈ ਜਿਸ ਨੇ ਸਾਡੇ ਮਤਲਬ ਗੁਰੂ ਘਰਾਂ ਦਾ ਧਿਆਨ ਰੱਖਣਾ ਸੀ, ਧਰਮ ਸ਼ਾਸਤਰ ਨੂੰ ਅੱਗੇ ਵਧਾਉਣਾ ਸੀ, ਬੱਚਿਆਂ ਨੂੰ ਧਰਮ ਦਾ ਅਧਿਐਨ ਕਰਵਾਉਣਾ ਸੀ, ਸਿੱਖ ਕੌਮ ਕੀ ਹੈ ਉਹਦਾ ਇਤਿਹਾਸ ਕੁੱਟ-ਕੁੱਟ ਕੇ ਬੱਚਿਆਂ ਦੇ ਅੰਦਰ ਪਾਉਣਾ ਸੀ। ਪਰ ਸਾਡੀ ਤਰਾਸਦੀ ਕਿ ਸਾਡੇ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ, ਮੈਂ ਆਪ ਪਰਸਨਲੀ ਕਾਲ ਕੀਤੇ ਸੀ ਇਹਨਾਂ ਦੇ ਮਤਲਬ ਜਿਹੜੇ ਵਾਈਸ ਚਾਂਸਲਰ ਨੇ ਜਾਂ ਪ੍ਰਿੰਸੀਪਲਸ ਨੇ, ਜਿਹੜੇ ਪ੍ਰੋਫੈਸਰਸ ਨੇ ਇਹਨਾਂ ਦੇ ਕਾਲਜਸ ਦੇ, ਤੇ ਉਹਨਾਂ ਨੇ ਕਲੀਅਰਲੀ ਕਹਿਤਾ ਸੀ ਕਿ ਸਾਡੇ ਕੋਲ ਜੀ MA ਰਿਲੀਜਨ ਹੈ ਹੀ ਨਹੀਂ। ਤੇ ਓਬਵੀਅਸ ਹੈ ਕਿ ਫਿਰ ਮੇਰਾ ਬੋਲਣਾ ਬਣਦਾ ਸੀ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਕਾਲਜਾਂ ਦੇ ਵਿੱਚ MA ਰਿਲੀਜਨ ਨਹੀਂ ਹੈ ਤਾਂ ਫਿਰ BA ਕਿੱਥੋਂ ਹੋ ਜਾਣੀ, ਠੀਕ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਕੂਲਾਂ ਦੇ ਵਿੱਚ ਵੀ ਮਤਲਬ ਧਰਮ ਸ਼ਾਸਤਰ ਖਤਮ ਹੈ। ਪਰ ਹੁਣ ਇਹਨਾਂ ਨੇ ਅਗਰ ਉਦਮ ਕੀਤਾ ਆ, 30 ਅਧਿਆਪਕ ਇਹਨਾਂ ਨੇ ਕਹੇ, ਤਾਂ ਕਿਤੇ ਨਾ ਕਿਤੇ ਮਤਲਬ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੀ ਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਨੂੰ ਆਹ ਕਰਨਾ ਪੈਣਾ ਆ। ਕਿਉਂਕਿ ਪੰਜਾਬੀ ਯੂਨੀਵਰਸਿਟੀ ਨੇ ਇਹਨਾਂ ਤੋਂ ਪਹਿਲਾਂ ਕਰ ਦਿੱਤਾ, ਉਹਨਾਂ ਨੇ ਤਾਂ 2500 ਰੁਪਏ ਆਈ ਥਿੰਕ ਵਜ਼ੀਫਾ ਵੀ ਦਿੱਤਾ ਹੈ ਧਰਮ ਸ਼ਾਸਤਰ ਦੇ ਬੱਚਿਆਂ ਨੂੰ ਜਿਹੜੇ MA ਰਿਲੀਜਨ ਕਰਨਗੇ ਪੰਜਾਬੀ ਯੂਨੀਵਰਸਿਟੀ ਤੋਂ। ਈਵਨ ਕਿ ਹੋਸਟਲ ਵੀ ਉਹਨਾਂ ਨੂੰ ਫ੍ਰੀ ਹੈ ਤੇ ਹੋਰ ਵੀ ਕਈ ਫੈਸਿਲਿਟੀਜ਼ ਹੈ। ਤੇ ਉਹਨਾਂ ਨੇ ਸਿਰਫ ਸਿੱਖ ਧਰਮ ਦੇ ਬੱਚਿਆਂ ਵਾਸਤੇ ਨਹੀਂ, ਹਰ ਧਰਮ ਦੇ ਬੱਚਿਆਂ ਵਾਸਤੇ, ਕਿ ਰਿਲੀਜਨ ਦੀ ਕੋਈ ਵੀ MA ਕਰਦਾ ਆ, ਰਿਲੀਜਨ ਦੀ, ਧਰਮ ਸ਼ਾਸਤਰ ਦੀ, ਉਹਨਾਂ ਸਾਰਿਆਂ ਵਾਸਤੇ ਮਤਲਬ ਉੱਥੇ ਕਾਲਜਸ, ਹੋਸਟਲਸ ਦੇ ਵਿੱਚ ਸਟੇ ਫ੍ਰੀ ਹੋਏਗਾ ਤੇ ਹੋਰ ਕਈ ਫੈਸਿਲਿਟੀਜ਼ ਹੋਣੀਆਂ। ਖੈਰ ਅੱਗੇ ਪੜ੍ਹਦੇ ਹਾਂ। ਅੰਮ੍ਰਿਤਧਾਰੀ ਚਾਹਵਾਨ ਉਮੀਦਵਾਰ ਜਿਨ੍ਹਾਂ ਦੀ ਉਮਰ ਇਸ਼ਤਿਹਾਰ ਛਪਣ ਸਮੇਂ 21 ਤੋਂ 40 ਸਾਲ ਦਰਮਿਆਨ ਹੋਵੇ ਅਤੇ ਪੋਸਟ ਲਈ ਹੇਠ ਲਿਖੇ ਲੋੜੀਂਦੇ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹੋਣ, ਸਾਦੇ ਕਾਗਜ਼ ਉੱਪਰ ਮਤਲਬ ਪਰ ਲਿਖਿਆ ਉੱਪਰ ਆਪਣੇ ਦਰਖਾਸਤ, ਇੰਟਰਵਿਊ ਸੰਬੰਧੀ ਪ੍ਰੋਫਾਰਮਾ, ਵਿਦਿਅਕ ਯੋਗਤਾ, ਡਿਪਲੋਮਾ, ਤਜਰਬੇ, ਅੰਮ੍ਰਿਤਪਾਨ ਕੀਤੇ ਹੋਣ ਆਦਿ ਦਸਤਾਵੇਜ਼ਾਂ ਦੀਆਂ ਤਸਦੀਕਸ਼ੁਦਾ ਫੋਟੋਆਂ, ਫੋਟੋਕਾਪੀਆਂ ਅਤੇ 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ 15 ਦਿਨ ਦੇ ਅੰਦਰ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਤੇ ਭੇਜਣ। ਅਧੂਰੀ ਦਰਖਾਸਤ
ਪੁਰ ਵਿਚਾਰੀ ਨਹੀਂ ਜਾਏਗੀ। ਮਤਲਬ ਅਗਰ ਤੁਸੀਂ ਉਸ 'ਚ ਕੋਈ ਵੀ ਘਾਟ ਛੱਡਦੇ ਹੋ ਤਾਂ ਦੁਬਾਰਾ ਤੋਂ ਇਹ ਉਸ ਦੇ ਉੱਤੇ ਵਿਚਾਰ ਨਹੀਂ ਕਰਨਗੇ। ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੇ ਅਸਲ ਦਸਤਾਵੇਜ਼ ਨਾਲ ਲੈ ਕੇ ਆਣੇ ਲਾਜ਼ਮੀ ਹੋਣਗੇ। ਇੰਟਰਵਿਊ ਸਮੇਂ ਆਉਣ ਜਾਣ ਦਾ ਕੋਈ ਵੀ ਸਫ਼ਰ ਖਰਚ ਆਦਿ ਵਿਦਿਆਰਥੀਆਂ ਨੂੰ ਜਾਂ ਜਿਹੜੇ ਆ ਰਹੇ ਨੇ EMPLOYE ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ। ਨਿਮਨ ਹਸਤਾਖਰੀ ਪਾਸ ਇੰਟਰਵਿਊ ਰੱਦ ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੋਵੇਗਾ। ਪੋਸਟ ਦਾ ਨਾਮ ਧਾਰਮਿਕ ਅਧਿਆਪਕ, ਠੀਕ ਹੈ, B ਕਲਾਸ, ਧਾਰਮਿਕ ਅਧਿਆਪਕ A ਕਲਾਸ, ਯੋਗਤਾ ਗ੍ਰੈਜੂਏਟ ਪਾਸ ਮਿਸ਼ਨਰੀ ਕਾਲਜ ਤੋਂ, ਪ੍ਰਚਾਰਕ ਕਲਾਸ ਦਾ 3 ਸਾਲ ਦਾ ਡਿਪਲੋਮਾ ਹੋਲਡਰ ਹੋਵੇ। ਮਤਲਬ ਜਿਹੜਾ ਵੀ ਪ੍ਰਚਾਰਕ ਹੈਗਾ ਉਹ 3 ਸਾਲ ਦਾ ਡਿਪਲੋਮਾ ਹੋਲਡਰ ਹੋਵੇ। BA ਧਾਰਮਿਕ ਵਿਸ਼ੇ ਨਾਲ ਮਿਸ਼ਨਰੀ ਕਾਲਜ ਤੋਂ ਚਾਰਕ ਕਾਲਜ ਦਾ 3 ਸਾਲ ਦਾ ਡਿਪਲੋਮਾ ਹੋਲਡਰ ਹੋਵੇ ਜਾਂ MA ਧਰਮ ਅਧਿਐਨ ਅਤੇ 5 ਸਾਲ ਦਾ ਤਜਰਬਾ ਹੋਵੇ। ਨੋਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਦੀ ਯੋਗਤਾ ਮਿਸ਼ਨਰੀ ਕਾਲਜ ਵਿੱਚ ਦਾਖਲੇ ਅਨੁਸਾਰ ਹੀ ਮੰਨੀ ਜਾਵੇਗੀ। ਰੈਗੂਲਰ MA ਧਰਮ ਅਧਿਐਨ ਵਾਲੇ ਉਮੀਦਵਾਰਾਂ ਨੂੰ ਪਹਿਲੀ ਤਰਜੀਹ ਦਿੱਤੀ ਜਾਵੇਗੀ। ਸਕੱਤਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ। ਬਹੁਤ ਬਹੁਤ ਧੰਨਵਾਦ। ਤੇ ਆ ਜਿਹੜੀ ਪੋਸਟ ਹੈਗੀ ਹੈ ਇਹ ਮੈਂ ਨਾਲ ਵੀ ਲਗਾ ਦਿੰਦਾ ਵੀ ਮਤਲਬ ਅਗਰ ਕਿਸੇ ਨੂੰ, ਕਿਉਂਕਿ ਪ੍ਰੋਪਰਲੀ ਨਹੀਂ ਪੜ੍ਹਿਆ ਜਾ ਰਿਹਾ ਸੀਗਾ ਮੋਬਾਈਲ ਤੋਂ, ਫਿਰ ਵੀ ਜਿੰਨਾ ਕਿ ਮੇਰੇ ਤੋਂ ਪੜ੍ਹਿਆ ਗਿਆ ਉਹਨਾਂ ਮੈਂ ਤੁਹਾਨੂੰ ਦੱਸ ਦਿੱਤਾ ਤੇ ਨਾਲ ਵੀ ਲਗਾ ਦਿੰਦਾ ਇਹ ਵੀ ਤੁਸੀਂ ਧਿਆਨ ਦੇ ਨਾਲ ਦੇਖ ਸਕੋ ਵੀ ਕੀ ਚੱਲ ਰਿਹਾ ਆ ਤੇ ਕੀ ਹੋ ਰਿਹਾ ਆ ਤੇ ਤੁਸੀਂ ਆਪਣੀ ਮਤਲਬ ਉਮੀਦਵਾਰੀ ਜਤਾ ਸਕਦੇ ਹੋ। ਹੁਣ ਅਗਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਲਬ ਧਰਮ ਸ਼ਾਸਤਰ ਵਾਸਤੇ ਇੰਨਾ ਮਤਲਬ ਉਦਮ ਕਰ ਰਹੇ ਨੇ, ਧਰਮ ਸ਼ਾਸਤਰ ਦੇ ਅਧਿਆਪਕਾਂ ਨੂੰ ਅਡਾਪਟ ਕਰ ਰਹੇ ਨੇ ਤੇ ਨੌਕਰੀਆਂ ਦੇ ਰਹੇ ਨੇ, ਜ਼ਰੂਰ ਤੇ ਵਿਦਿਆਰਥੀਆਂ ਨੂੰ ਵੀ ਮੈਂ ਕਹਿਣਾ ਆ, ਵੀ ਬੱਚਿਆਂ ਨੂੰ ਵੀ ਕਹਿਣਾ, ਮਾਪਿਆਂ ਨੂੰ ਵੀ ਕਹਿਣਾ, ਹੁਣ ਛੋਟੇ ਬੱਚੇ ਜਿਹੜੇ ਵੀ ਸਕੂਲਾਂ ਦੇ ਵਿੱਚ ਹੈਗੇ ਨੇ ਤੁਹਾਡੇ SGPC ਦੇ, ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਬੱਚਿਆਂ ਨੂੰ ਧਰਮ ਦੀ ਜੋ ਵੀ ਸਿੱਖਿਆ ਦਿੱਤੀ ਜਾਵੇ, ਖਾਸ ਕਰਕੇ ਕਿਤਾਬਾਂ ਜਿਹੜੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਉਹ ਮਾਪੇ ਜ਼ਰੂਰ ਪੜ੍ਹਨ, ਕਿਉਂਕਿ ਇਤਿਹਾਸ ਦਾ ਬਹੁਤ ਥਾਵਾਂ ਦੇ ਉੱਤੇ ਬੇੜਾਗਰਕ ਕੀਤਾ ਗਿਆ ਆ। ਸਾਡਾ ਫਰਜ਼ ਬਣਦਾ ਕਿ ਜਿਹੜਾ ਬੱਚਾ ਇਤਿਹਾਸ ਪੜ੍ਹ ਰਿਹਾ ਅਸੀਂ ਵੀ ਉਹਦੇ ਵੱਲ ਜ਼ਰੂਰ ਦੇਖੀਏ। ਤੇ ਆਓ ਜੀ ਹੁਣ ਆਉਂਦੇ ਆ ਜੀ ਤਜਿੰਦਰਪਾਲ ਸਿੰਘ ਟਿੰਮਾ, ਜਿਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਵਿੱਚ ਮਤਲਬ ਜਾਂ ਪ੍ਰਧਾਨ ਜਿਹਨੂੰ ਜਾਂ ਚੇਅਰਮੈਨ ਲਾ ਦਿੱਤਾ ਗਿਆ। ਰਾਜਸਥਾਨ ਬਹੁਤ ਬਵਾਲ ਹੋਇਆ, ਬੜੇ ਜਾਣਿਆਂ ਨੇ ਉਸ ਵਾਸਤੇ ਵਿਰੋਧ ਵੀ ਪ੍ਰਗਟ ਕੀਤਾ। ਭਾਈ ਬਲਜਿੰਦਰ ਸਿੰਘ ਮੋਰਜੰਡ ਉਹਨਾਂ ਨੇ ਵੀ ਰਿਟਨ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਪਲੀਕੇਸ਼ਨ ਭੇਜੀ ਹੈ। ਉਸ ਤੋਂ ਬਾਅਦ ਭਾਈ ਨਾਗੋਕੇ ਜੀ ਉਹ ਵੀ ਉਹਨਾਂ ਦਾ ਵਿਰੋਧ ਕਰ ਰਹੇ ਨੇ। ਭਾਈ ਹਰਦੀਪ ਸਿੰਘ ਡਿਬੜੀਬਾ ਉਹਨਾਂ ਨੇ ਵੀ ਇਸ ਚੀਜ਼ ਦਾ ਡਟ ਕੇ ਵਿਰੋਧ ਕੀਤਾ ਆ ਕਿ ਆਖਿਰ ਅਜਿਹੇ ਇਨਸਾਨ ਨੂੰ ਤੁਸੀਂ ਕਿੱਦਾਂ ਜ਼ਿੰਮੇਵਾਰੀ ਦੇ ਸਕਦੇ ਹੋ ਜਿਸ ਇਨਸਾਨ ਉੱਤੇ ਸਾਰੀ ਦੁਨੀਆ ਸਵਾਲ ਚੱਕਦੀ ਹੈ। ਕੀ ਸਵਾਲ ਚੱਕਦੀ ਹੈ ਉਹ ਬਹੁਤ ਹੱਦ ਤੱਕ ਬਹੁਤ ਵਾਰ ਪਹਿਲਾਂ ਵੀ ਐਕਸਪਲੇਨ ਕਰ ਚੁੱਕੇ ਹਾਂ, ਪਰ ਭਾਈ ਡਿਬੜੀਬਾ ਦੇ ਨਾਲ ਮੈਂ ਫੋਨ ਦੇ ਉੱਤੇ ਗੱਲ ਕੀਤੀ ਕਿਉਂਕਿ ਮੈਂ ਵੀ ਬਹੁਤ ਜ਼ਿਆਦਾ ਟਿੰਮੇ ਨੂੰ ਨਹੀਂ ਜਾਣਦਾ ਵੀ ਕੌਣ ਹੈ ਕੀ ਹੈ। ਤੇ ਹਰਦੀਪ ਸਿੰਘ ਜੀ ਦੇ ਨਾਲ ਜਦੋਂ ਮੇਰੀ ਗੱਲ ਹੋਈ ਬਾਪੂ ਡਿਬੜੀਬੇ ਦੇ ਨਾਲ, ਤੇ ਉਹਨਾਂ ਨੇ ਮੈਨੂੰ ਜੋ ਗੱਲਾਂ ਦੱਸੀਆਂ ਮੈਂ ਵੀ ਹੈਰਾਨ ਰਹਿ ਗਿਆ ਵੀ ਮਤਲਬ ਹਰਮਿੰਦਰ ਸਿੰਘ ਸੰਧੂ ਉਹਨਾਂ ਦੇ ਬਾਰੇ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ ਵੀ ਰੋਸ਼ਨ ਦਿਮਾਗ ਕੌਣ ਸੀ। ਨੋ ਡਾਊਟ ਉਹਨਾਂ ਨੇ ਵੀ ਮੰਨਿਆ ਕਿ ਹਾਂ ਰੋਸ਼ਨ ਦਿਮਾਗ ਉਹਨਾਂ ਨੂੰ ਕਹਿਣਾ ਕੋਈ ਮਾੜਾ ਨਹੀਂ ਹੈ। ਹਰਮਿੰਦਰ ਸਿੰਘ ਸੰਧੂ ਨੇ ਖਾੜਕੂਵਾਦ ਵੇਲੇ ਬਹੁਤ ਮਤਲਬ ਘਾਲਣਾ ਕੀਤੀ, ਬੜਾ ਸਮਾਰਟ ਸੀਗਾ, ਬਹੁਤ ਮਤਲਬ ਉਹਨਾਂ ਤੇਜ਼ ਤਰਾਰ ਸ਼ਾਇਦ ਹੀ ਕੋਈ ਖਾੜਕੂ ਹੋਵੇ, ਉਹ ਬਾਪੂ ਡਿਬੜੀਬਾ ਵੀ ਮੰਨਦੇ ਆ। ਪਰ ਫਿਰ ਵੀ ਹਰਮਿੰਦਰ ਸੰਧੂ ਤੇ ਨੇ ਸਵਾਲ ਕਿਉਂ ਖਾੜਕੂਆਂ ਨੇ ਕਿਉਂ ਉਹਦਾ ਸੌਦਾ ਲਾਇਆ, ਉਸ ਦਾ ਵੀ ਜਵਾਬ ਕਿਤੇ ਨਾ ਕਿਤੇ ਡਿਬੜੀਬਾ ਜੀ ਨੇ ਦਿੱਤਾ। ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਪ੍ਰੋਗਰਾਮ ਅੰਤ ਤੱਕ ਜ਼ਰੂਰ ਦੇਖਣਾ, ਡਿਬੜੀਬਾ ਜੀ ਦੀ ਕਾਲ ਪੂਰੀ ਜ਼ਰੂਰ ਸੁਣਨਾ, ਤਾਂ ਹੀ ਤੁਹਾਨੂੰ ਸਮਝ ਆਏਗਾ ਕਿ ਆਖਿਰ ਚੱਲ ਕੀ ਰਿਹਾ ਹੈ ਸਾਡੀ ਕੌਮ ਦੇ ਵਿੱਚ। ਤੇ ਵਿੱਚ ਅੰਮ੍ਰਿਤਪਾਲ ਦੇ ਬਾਰੇ ਵੀ ਗੱਲ ਹੋਈ ਹੈ ਤੇ ਨਵੇਂ ਸਾਡੇ ਕੌਮ ਦੇ ਵਿੱਚ ਨੌਜਵਾਨ ਪ੍ਰਚਾਰਕ ਉਹਨਾਂ ਦੀ ਵੀ ਗੱਲ ਹੋ ਰਹੀ ਹੈ ਕਿ ਹੁਣ ਨਵਾਂ ਪ੍ਰਚਾਰਕ ਕਿਹੜਾ ਉੱਭਰ ਕੇ ਆ ਰਿਹਾ ਹੈ। ਬਹੁਤ ਧਿਆਨ ਦੇ ਨਾਲ ਸੰਗਤ ਜੀ ਸੁਣਿਓ ਇਹ ਕਾਲ, ਸਮਝਿਓ। ਹੋ ਸਕਦਾ ਮੈਂ ਕਿਤੇ ਗਲਤ ਹੋਵਾਂ, ਜੇ ਤੁਹਾਨੂੰ ਲੱਗਦਾ ਕਿ ਮੈਂ ਵੀ ਕਿਤੇ ਗਲਤ ਹਾਂ ਜਾਂ ਡਾਇਰੈਕਟ ਵੇ ਇਨਡਾਇਰੈਕਟ ਵੇ ਜਿੱਦਾਂ ਬਾਪੂ ਜੀ ਕਹਿ ਰਹੇ ਨੇ ਵਿੱਚ ਕਿ ਬਹੁਤ ਤਰੀਕੇ ਨੇ ਸਾਮਦਾਮ ਦੰਡ ਭੇਦ ਹਰ ਕਿਸੇ ਨੂੰ ਯੂਜ਼ ਕਰਨ ਦੇ, ਸਰਕਾਰਾਂ ਵਰਤਦੀਆਂ ਨੇ, ਯੂਜ਼ ਕਰਦੀਆਂ ਨੇ ਤੇ ਸੁੱਟ ਦਿੰਦੀਆਂ ਨੇ। ਸਾਡੀਆਂ ਸਿੱਖ ਜਥੇਬੰਦੀਆਂ ਵਾਲੇ ਸਾਨੂੰ ਵਰਤਦੇ ਨੇ ਤੇ ਉਸ ਤੋਂ ਬਾਅਦ ਯੂਜ਼ ਕਰਕੇ ਜਾਂ ਟਿਸ਼ੂ ਪੇਪਰ ਅਸੀਂ ਸੁੱਟਦੇ ਹਾਂ ਉੱਦਾਂ ਸੁੱਟ ਦਿੰਦੇ ਨੇ। ਇੱਕ ਸਵਾਲ ਉਹਨਾਂ ਨੇ ਬਹੁਤ ਵਧੀਆ ਚੱਕਿਆ ਕਿ ਅਗਰ ਦਿਬਰੂਗੜ੍ਹ ਅੰਮ੍ਰਿਤਪਾਲ ਬੈਠਾ ਹੈ ਤਾਂ ਕਹਿੰਦੇ ਜਿਨ੍ਹਾਂ ਨੇ ਮਤਲਬ ਦਰਜਨਾਂ ਦੇ ਹਿਸਾਬ ਦੇ ਨਾਲ ਦਸਤਾਰਾਂ ਉਹਦੇ ਸਜਾਈਆਂ ਸੀ, ਅੱਜ ਉਹ ਕਿੱਥੇ ਨੇ, ਉਹ ਤੋਂ ਪੰਜਾਬ ਤੱਕ ਨਹੀਂ ਲਿਆ ਸਕੇ।
ਖੈਰ ਆਓ ਪਹਿਲਾਂ ਕਾਲ ਸੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਬਾਪੂ ਜੀ ਕੁਝ ਸਵਾਲ ਨੇ। ਰਾਜਸਥਾਨ ਗੁਰਦੁਆਰਾ ਕਮੇਟੀ ਦੇ ਤੁਸੀਂ ਪ੍ਰਧਾਨ ਹੋ, ਪਰ ਉੱਥੇ ਧਰਮ ਪ੍ਰਚਾਰ ਕਮੇਟੀ SGPC ਵੱਲੋਂ ਉਹਦਾ ਪ੍ਰਧਾਨ ਟਿੰਮਾ ਜੀ ਨੂੰ ਲਾਇਆ ਗਿਆ, ਕੀ ਕਹੋਗੇ ਇਸ ਦੇ ਉੱਤੇ? ਤੁਸੀਂ ਹੁਣ ਇਸ ਤੇ ਕਹਿਣ ਨੂੰ ਮੈਂ ਹੁਣ ਕੀ ਕਵਾਂ। ਇਹ ਤਾਂ ਜੀ 20 ਸਾਲ ਹੋ ਗਏ ਬਾਦਲਾਂ ਨੂੰ, ਮਤਲਬ ਪੱਬਾਂ ਭਾਰ ਹੋਇਆਂ ਨੂੰ, ਵੀ ਕਿਵੇਂ ਅਸੀਂ ਇਹਨੂੰ ਰਾਜਸਥਾਨ ਦੇ ਸਿੱਖਾਂ ਦਾ ਲੀਡਰ ਬਣਾ 20 ਸਾਲ ਜੀ। ਵੀ ਜਦੋਂ ਬਾਦਲਾਂ ਦੀ ਤੂਤੀ ਬੋਲਦੀ ਸੀ ਪੰਜਾਬ ਦੇ ਵਿੱਚ ਜੀ, ਇਹ ਸਰਕਾਰ 'ਚ ਸੀਗੇ, ਸ਼੍ਰੋਮਣੀ ਕਮੇਟੀ ਤੇ ਇਹਨਾਂ ਦਾ ਕਬਜ਼ਾ ਸੀਗਾ, ਤਖਤਾਂ ਦੇ ਜਥੇਦਾਰ ਇਹਨਾਂ ਦੀ ਜੇਬ 'ਚ ਸੀ ਜੀ। ਇਹ ਉਦੋਂ ਨੀ ਰਾਜਸਥਾਨ ਦੇ ਸਿੱਖਾਂ ਦਾ ਲੀਡਰ ਇਹਨੂੰ ਬਣਾ ਸਕੇ ਤੇ ਹੁਣ ਕਿਵੇਂ ਬਣਾ ਦੇ? ਕਿਉਂਕਿ ਰਾਜਸਥਾਨ ਦੇ ਸਿੱਖਾਂ ਨੇ ਨਾ ਤਾਂ ਧੂਰਾ ਖਾਧਾ ਹੋਇਆ ਜੀ, ਤੇ ਨਾ ਉਹ ਇੰਨੇ ਮੰਦਬੁੱਧੀ ਹੈ ਜੀ। ਜਿਵੇਂ ਇਹ ਕਹਿੰਦਾ ਵੀ ਉਹਨਾਂ ਨੂੰ ਸਮਝ ਨਾ ਆਵੇ ਵੀ ਉਹ ਬਾਦਲਾਂ ਦੀ ਝੂਠ ਨੂੰ ਸ਼ੀਤ ਪ੍ਰਸਾਦ ਸਮਝ ਕੇ ਕਿਵੇਂ ਛਕ ਲੈਣਗੇ। ਜੀ ਜੀ ਜੀ। ਹਾਂਜੀ, ਮਤਲਬ ਇਹ ਇਹਨਾਂ ਦਾ ਹੈਗਾ ਜ਼ੋਰ ਲੱਗਿਆ ਹੋਇਆ 20 ਸਾਲਾਂ ਦਾ। ਕਿਉਂਕਿ ਮੈਂ ਅਖਬਾਰ ਦੇ ਵਿੱਚ ਰਾਜਸਥਾਨ ਦੀਆਂ ਸੰਗਤਾਂ ਨੇ ਜੋ ਵਿਰੋਧ ਕੀਤਾ, ਜੋ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਲਿਖਤੀ ਮੰਗ ਪੱਤਰ ਭੇਜਿਆ ਆ ਵਿਰੋਧ ਦੇ ਵਿੱਚ, ਉਹ ਮੈਂ ਮਤਲਬ ਨਿਊਜ਼ਪੇਪਰ ਦੀ ਕਟਿੰਗ ਜਿਹੜੀ ਸੀਗੀ ਉਹ ਲਾ ਕੇ ਤੇ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਪੜ੍ਹਿਆ ਸੀਗਾ ਵੀ ਵਿਰੋਧ ਕੀਤਾ ਗਿਆ ਟਿੰਮੇ ਦਾ। ਤੇ ਇੱਕ ਕਿਸੇ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਫੋਨ ਕਰਕੇ ਕਹਿੰਦਾ ਵੀ ਸੈਣੀ ਨੂੰ ਕਹੋ ਮੇਰੇ ਨਾਲ 1 to 1 ਡਿਬੇਟ ਕਰੇ। ਵੀ ਮੈਂ ਕੀ ਡਿਬੇਟ ਕਰਾਂ? ਅਗਰ ਤੁਸੀਂ ਸਹੀ ਹੋ ਤਾਂ ਜਿਹੜੇ ਬੰਦੇ ਨੇ ਤੁਹਾਡੇ ਖਿਲਾਫ ਮੈਂ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਲਿਖਤੀ ਰੂਪ ਦੇ ਵਿੱਚ ਦੇਤਾ, ਤੁਸੀਂ ਪਹਿਲਾਂ ਉਹਨਾਂ ਦੇ ਨਾਲ ਤਾਂ ਗੱਲ ਕਰ ਲਓ। ਮੈਂ ਤਾਂ ਕਰ ਲਾਂਗਾ, ਮੈਂ ਤਾਂ ਇੱਥੇ ਹੀ ਹਾਂ SGPC ਦੇ ਨਾਲ। ਹੁਣ ਜੇ ਸਿੰਘ ਫਸਾਇਆ ਤਾਂ ਗੰਦ ਸਾਫ਼ ਕਰਨ ਤੱਕ ਸਿੰਘ ਫਸੇ ਰਹਿਣਗੇ ਮੇਰੇ। ਪਰ ਇਹ ਗੁੰਡਾ ਰਾਜ ਕਿਉਂ? ਵੀ ਇਹਦਾ ਡਿਬੇਟ ਕਰਨ ਦਾ ਮਤਲਬ ਆ ਵੀ ਇਹ ਜਦੋਂ ਵੀ ਕੋਈ ਵੀਡੀਓ ਪਾਉਂਦਾ ਨਾ, ਲੋਕ ਨਾ ਇਹਨੂੰ ਸੁਣਦੇ ਆ, ਨਾ ਇਹਦੇ ਤੇ ਕੋਈ ਕਮੈਂਟ ਕਰਦੇ। ਜਿਹੜੇ ਕਰਦੇ ਹੋ ਇਹਨੂੰ ਗਾਲਾਂ ਕੱਢਦੇ ਆ। ਹੁਣ ਜਿਹੜੀ ਕੱਲ ਇਹਨੇ ਵੀਡੀਓ ਪਾਈ ਆ, ਇਹ ਮੇਰੇ ਖਿਆਲ 2 ਘੰਟੇ ਨਹੀਂ ਇਹਦੀ ਵਾਲ ਤੇ ਰਹੀ ਇਹਨੇ। ਹਾਂਜੀ, ਹੁਣ ਇਹ ਦੇਖੋ ਕਮਾਲ ਦੀ ਗੱਲ ਵੇਖੋ ਵੀ ਬਾਦਲਾਂ ਦੀ ਬੁੱਕਲ ਵਿੱਚ ਬਹਿ ਕੇ ਇਹ ਕਹਿਣਾ ਕਿ ਅਸੀਂ ਸੰਤਾਂ ਦੀ ਗੋਦ ਦਾ ਨਿੱਘ ਮਾਣਿਆ ਜੀ। ਇਹ ਕੋਈ ਇਹਦੇ ਵਰਗਾ ਰੋਸ਼ਨ ਦਿਮਾਗ ਕਹਿ ਸਕਦਾ ਜੀ? ਸਾਡੇ ਵਰਗੇ ਮੰਦਬੁੱਧੀ ਤੇ ਕਹਿ ਨਹੀਂ ਸਕਦੇ। ਰੋਸ਼ਨ ਜੇ ਅਸੀਂ ਇਹਦੇ ਵਰਗੇ ਰੋਸ਼ਨ ਦਿਮਾਗ ਹੁੰਦੇ ਤੇ ਜਦੋਂ ਸੰਤਾਂ ਦਾ ਪਰਿਵਾਰ ਹੀ ਬਾਦਲ ਦੇ ਝੋਲੀ ਪੈ ਗਿਆ ਸੀ ਫਿਰ ਅਸੀਂ ਵੀ ਨਾਲ ਚਲੇ ਜਾਂਦੇ। ਅੱਜ ਅਸੀਂ ਵੀ ਬਲਟੋਏ ਵਾਂਗੂ ਔਰ ਮਹਿਤੇ ਚਾਵਲੇ ਵਾਂਗੂ ਔਰ ਅਸੀਂ ਵੀ ਵਜ਼ੀਰ ਹੁੰਦੇ। ਅਸੀਂ ਵੀ ਕਰੋੜਾਂ ਅਰਬਾਂ ਦੀਆਂ ਪ੍ਰਾਪਰਟੀਆਂ ਦੇ ਮਾਲਕ ਹੁੰਦੇ ਜੀ। ਵੀ ਅਸੀਂ ਤੇ ਆਪਦੀਆਂ ਜ਼ਮੀਨਾਂ ਵੇਚ ਕੇ ਘਰ ਫੂਕ ਤਮਾਸ਼ਾ ਵੇਖਿਆ ਨਾ ਜੀ। ਬਿਲਕੁਲ। ਤੇ ਇਸੇ ਕਰਕੇ ਸਾਡੀ ਔਲਾਦ ਸਾਡਾ ਵਿਰੋਧ ਕਰਦੀ ਹੈ ਵੀ ਅਸੀਂ ਉਹਨਾਂ ਨੂੰ 2 ਨੰਬਰ ਦਾ ਮਾਲ ਲਿਜਾ ਕੇ ਦਿੱਤਾ। ਬਿਲਕੁਲ ਬਿਲਕੁਲ, ਇਹੀ ਇਹਨਾਂ ਦੇ ਕੋਲ ਵਰਗੇ ਰੋਸ਼ਨ ਦਿਮਾਗ ਨਹੀਂ ਨਾ ਹੋ ਸਕਦੇ। ਉਹੀ ਕਹਿ ਰਹੇ ਨੇ, ਤਾਂ ਹੀ ਇਹਨਾਂ ਨੂੰ ਵੀ ਬੋਲਣ ਦਾ ਮੌਕਾ ਮਿਲਦਾ ਹੈ। ਵੀ ਸਾਰੇ ਮਤਲਬ ਇਹਨਾਂ ਨੂੰ ਕੀ ਸਾਰੇ ਹੀ ਕੋਈ ਸਵਾਲ ਤਾਂ ਇਹ ਚੱਕਦੇ ਨੇ ਕਿ ਬਾਪੂ ਹਰਦੀਪ ਸਿੰਘ ਡਿਬੜਵਾ ਜਿਹਨਾਂ ਦਾ ਆਪਣੇ ਪਰਿਵਾਰ ਨਾਲ ਨਹੀਂ ਬਣਦੀ ਤੇ ਉਹ ਕੌਮ ਦਾ ਕੀ ਕਰਨਗੇ? ਤੇ ਪਰਿਵਾਰ ਨਾਲ ਤੇ ਕਿਵੇਂ ਬਣੇ? ਹੁਣ ਗੁਰੂ ਨਾਨਕ ਸਾਹਿਬ ਜੇ ਹੁਣ ਆਪਣੇ ਮੁੰਡਿਆਂ ਨੂੰ ਸਭ ਕੁਝ ਦੇ ਦਿੰਦੇ ਤਾਂ ਹੀ ਉਹਦੇ ਨਾਲ ਬਣਦੀ ਨਾ ਹੁੰਦੀ। ਬਿਲਕੁਲ ਬਿਲਕੁਲ, ਉਹਨਾਂ ਨੇ ਚੱਕ ਕੇ ਸਾਰਾ ਕੁਝ ਲੈਣੇ ਇਹਨੂੰ ਦੇਤਾ। ਬਿਲਕੁਲ, ਪਰਿਵਾਰ ਕੀ ਕਰੇ ਹੁਣ? ਨਹੀਂ, ਪਰ ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਵੀ ਸੰਗਤ ਨੂੰ ਸਭ ਕੁਝ ਪਤਾ ਆ, ਸੰਗਤ ਵਿਰੋਧ ਕਰ ਰਹੀ ਹੈ, ਵਿਰੋਧ ਕਰਨ ਦੇ ਬਾਵਜੂਦ ਵੀ ਆਖਿਰ ਕਿਉਂ ਇਹ ਸਭ ਕੁਝ ਚੱਲ ਰਿਹਾ ਆ, ਕਿਉਂ ਇਹ ਸਭ ਕੀਤਾ ਜਾ ਰਿਹਾ ਹੈ? ਮੈਂ ਤੁਹਾਨੂੰ ਦੱਸਿਆ ਜੀ 20 ਸਾਲ ਹੋ ਗਏ, 20 ਸਾਲ ਹੋ ਗਏ ਲੱਗਿਆ ਨੂੰ ਇਹਨਾਂ ਨੂੰ। ਦੇਖੋ ਕਹਾਣੀ ਕੀ ਕਹਿੰਦਾ ਵੀ ਬਾਦਲ ਅਪੁਆਇੰਟ ਕਰਦੇ ਇਹਨੂੰ, ਬਾਦਲਾਂ ਦੇ ਜਿਹੜੇ ਅੱਗੇ ਚੇਲੇ ਬਾਲ ਕੇ ਚਿਮਚੇ ਸ਼੍ਰੋਮਣੀ ਕਮੇਟੀ ਵਾਲੇ, ਉਹ ਇਹਨੂੰ ਅਪੁਆਇੰਟ ਕਰਦੇ ਰਾਜਸਥਾਨ ਦਾ ਜਥੇਦਾਰ, ਤੇ ਕਹਿੰਦਾ RSS ਮੇਰਾ ਰਾਜਸਥਾਨ ਦੇ ਵਿਰੋਧ ਕਰਦੀ। ਇਹ ਕਹਾਣੀ ਸਮਝ ਇਹ ਮੰਨੀ ਜਾ ਸਕਦੀ ਕਹਾਣੀ ਜੀ ਵੀ RSS ਦੇ ਬਿਠਾਏ ਹੋਏ ਜਥੇਦਾਰ, ਕਥਿਤ ਜਥੇਦਾਰ ਮੈਂ ਕਹਿੰਦਾ ਕਾਬਜ਼ਧਾਰੀ, ਇਹਨੂੰ ਰਾਜਸਥਾਨ ਦਾ ਧਰਮ ਪ੍ਰਚਾਰ ਦਾ ਭੋਗ ਥਾਪ ਦੇਣ ਤੇ RSS ਦਾ ਵਿਰੋਧ ਕਰੂ? ਕਦੇ ਵੀ ਨਹੀਂ। ਤੇ ਇਹ ਕੀ ਸਮਝਦਾ ਹੈ ਸਿੱਖਾਂ ਨੂੰ ਜਾਂ ਸਿੱਖ ਕੌਮ ਨੂੰ ਵੀ ਇਹ ਕਿਉਂਕਿ ਇਹਦੇ ਕੋਲ ਕੁਛ ਨਹੀਂ ਜਦੋਂ ਹੁੰਦਾ ਫਿਰ ਇਹ ਨਿੱਜੀ ਹਮਲੇ ਕਰਦਾ। ਕੱਲ ਇੰਨਾ ਬਖਲਾਇਆ ਹੋਇਆ ਸੀਗਾ ਵੀ ਮਤਲਬ ਹੋਰ ਕੁਛ ਨਾ, ਵੀ ਮੇਰੇ ਪਰਿਵਾਰ ਤੇ ਹਮਲੇ। ਸਾਡੇ ਕੋਲੇ ਵੀ ਬਹੁਤ ਕੁਛ ਆ ਪਰਿਵਾਰਾਂ ਦਾ ਪਿਆ ਹੋਇਆ ਜੀ।
ਵੀ ਜੇ ਮੈਂ ਰੋਡੇ ਰਿਹਾ 20 ਸਾਲ ਤੋਂ ਵੀ ਜ਼ਿਆਦਾ ਉਹਨਾਂ ਦੇ ਘਰੇ, ਤੇ ਮੈਨੂੰ ਪਤਾ ਨਾ ਉਸ ਪਰਿਵਾਰ ਦੇ ਵਿੱਚ ਕਿੱਥੇ ਕਿੱਥੇ ਕੀ ਕੁਛ ਹੋਇਆ। ਜੀ। ਤੇ ਜੇ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਦੇ ਪਰਿਵਾਰ ਦੇ ਨਾਲ ਰਿਹਾ 40 ਸਾਲ, ਤੇ ਮੈਨੂੰ ਪਤਾ ਨਾ ਉਸ ਪਰਿਵਾਰ ਚ ਕਿੱਥੇ ਕਿੱਥੇ ਕੀ ਪਿਆ। ਬਿਲਕੁਲ। ਪਰ ਇਹ ਸਾਡਾ ਕਿਰਦਾਰ ਥੋੜੀ ਹੈ। ਬਿਲਕੁਲ। ਵੀ ਅਸੀਂ ਪੰਥਕ ਲੜਾਈ ਨੂੰ ਨਿੱਜੀ ਪਰਿਵਾਰਾਂ ਤੱਕ ਲੈ ਜਾਈਏ। ਨਹੀਂ, ਪਰ ਤੁਹਾਨੂੰ ਇਹਨਾਂ ਦਾ ਮੋਟਿਵ ਕੀ ਲੱਗਦਾ ਹੈ? ਕਿਉਂਕਿ ਪਿੱਛੋਂ ਜੋ ਕੁਝ ਹੋ ਰਿਹਾ, ਰੌਸ਼ਨ ਦਿਮਾਗ ਵੀ ਤੁਸੀਂ ਹੁਣ ਬੋਲਿਆ, ਤਾਂ ਉਹਦੇ 'ਤੇ ਤੁਸੀਂ, ਮੈਂ ਕਹਿੰਦਾ ਤੁਸੀਂ ਆਪ ਹੀ ਚਾਨਣਾ ਪਾ ਦਿਓ ਵੀ ਕੌਣ ਕਿੰਨਾ ਕੀ ਰੌਸ਼ਨ ਦਿਮਾਗ ਸੀ ਅਤੇ ਉਹਦੇ ਨਾਲ ਇਤਿਹਾਸ ਕੀ ਜੁੜਿਆ ਹੈ। ਮੈਨੂੰ ਤਾਂ ਇੰਨਾ ਪਤਾ ਵੀ ਇਹ ਜਿਹਨੂੰ ਵੀ ਰੋਸ਼ਨ ਦਿਮਾਗ ਬਣਾਉਣ ਦੀ ਕੋਸ਼ਿਸ਼ ਕਰਨਗੇ ਨਾ ਜੀ, ਉਹਦਾ ਪੱਠਾ ਬਿਠਾ ਦੇਣਗੇ। ਹੁਣ ਤੁਸੀਂ ਸੰਧੂ ਵਾਲਾ ਚੈਪਟਰ ਲੈ ਲਓ ਜੀ। ਪਰਮਿੰਦਰ ਸੰਧੂ ਦਾ ਮੈਂ ਵੀ ਕਾਇਲ ਸੀਗਾ, ਮੈਂ ਆਪਣੀ ਕਿਤਾਬ 'ਚ ਲਿਖਿਆ ਜੀ। ਉਹਦੇ ਕਤਲ ਦੀ ਮੈਂ ਆਪਣੀ ਕਿਤਾਬ 'ਚ ਨਿਖੇਧੀ ਕੀਤੀ ਹੈ। ਜੀ। ਮੈਨੂੰ ਲੱਗਿਆ ਸੀਗਾ ਕਿ ਇੱਕ ਬਹੁਤ ਹੀ ਵਧੀਆ ਬੰਦਾ ਜਿਹੜਾ ਸਮਝਦਾ, ਪੋਲੀਟਿਕਸ ਨੂੰ ਸਮਝਦਾ, ਸਿੱਖਾਂ ਕੋਲ ਇੱਕ ਲੀਡਰ ਚਲਾ ਗਿਆ। ਜੀ। 30 ਸਾਲ ਬਾਅਦ, 35 ਸਾਲ ਬਾਅਦ ਜਦੋਂ ਇਹ ਉਸ ਹਰਮਿੰਦਰ ਸੰਧੂ ਨੂੰ ਰੋਸ਼ਨ ਦਿਮਾਗ ਬਣਾਉਣ ਲੱਗੇ ਤੇ ਉਹਦਾ ਪੱਠਾ ਬਿਠਾਤਾ ਨਾ ਜੀ ਇਹਨਾਂ ਨੇ। ਕਿੱਦਾਂ ਬਿਠਾਤਾ? ਮੈਨੂੰ ਸਮਝ ਨਹੀਂ ਆਇਆ ਕਿ ਵਾਕਈ ਹੀ ਕਿਉਂਕਿ ਉਹਦੀ ਕਿੰਨੀ ਕਿਰਦਾਰ ਕੁਸ਼ੀ ਹੋਈ ਹੈ ਜੀ। ਤੁਸੀਂ ਸੰਧੂ ਬਾਰੇ ਤੁਸੀਂ ਸੁਣਿਆ ਨਹੀਂ ਅਖਬਾਰਾਂ ਦੇ ਵਿੱਚ ਕੁਛ ਹੋਰ ਲੋਕਾਂ ਨੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ। ਮੈਂ ਆਪਣੀ ਗੱਲ ਕਰਦਾ, ਮੇਰੀ ਗੁਰਤੇਜ ਸਿੰਘ ਦੇ ਘਰੇ ਕੁਲਵੀਰ ਸਿੰਘ ਉਹਨਾਂ ਨਾਲ ਗੱਲਬਾਤ ਹੋਈ। ਮੈਂ ਕੁਲਵੀਰ ਸਿੰਘ ਦਾ ਸਾਡਾ ਬਹੁਤ ਪੁਰਾਣੇ ਸੰਬੰਧ ਨੇ, ਤੇ ਕੁਲਵੀਰ ਸਿੰਘ ਤੁਹਾਨੂੰ ਪਤਾ ਹੈ ਕਿ ਉਹ ਵੀ ਉਹਦਾ ਆਪਣੇ ਨੂੰ ਸੰਧੂ ਨੂੰ ਸ਼ਹੀਦ ਕਹਿੰਦਾ। ਹਾਂਜੀ। ਤੇ ਅਸੀਂ ਬੈਠੇ ਗੱਲਾਂ ਕਰਨ ਲੱਗੇ। ਮੈਂ ਕਿਹਾ ਯਾਰ ਮੈਨੂੰ ਲੱਗਦਾ ਕਿ ਮੈਨੂੰ ਵੀ ਹੁਣ ਦੁਬਾਰਾ ਸੋਚਣਾ ਪਏਗਾ ਜੀ ਵੀ ਜੇ ਸੰਧੂ ਦੇ ਪੈਰਵਾਈ ਕਰਨ ਵਾਲੇ ਸਾਰੇ ਦੇ ਸਾਰੇ ਬਾਦਲਾਂ ਦੇ ਵਜ਼ੀਰ ਆ ਜਾਂ ਉਹਨਾਂ ਦੇ ਗੋਲੇ ਆ ਜੀ, ਤੇ ਕੀ ਫਿਰ ਸੰਧੂ ਜਿਉਂਦਾ ਹੁੰਦਾ ਤੇ ਉਹ ਵੀ ਅੱਜ ਬਾਦਲਾਂ ਦਾ ਵਜ਼ੀਰ ਹੁੰਦਾ? ਜੀ। ਹਾਂਜੀ। ਜੀ। ਮਤਲਬ ਸਾਡੀ ਇਸ ਗੱਲ ਤੇ ਗੱਲਬਾਤ ਹੋਈ, ਮੇਰੀ ਕੁਲਵੀਰ ਨਾਲ ਗੱਲਬਾਤ, ਪ੍ਰੋਫੈਸਰ ਨਾਲ। ਜੀ। ਫਿਰ ਕੀ ਸਿੱਟਾ ਕੱਢਿਆ ਤੁਸੀਂ? ਮੈਨੂੰ ਫਿਰ ਮੈਂ ਕਿਹਾ ਵੀ ਮੈਨੂੰ ਤਾਂ ਮੈਂ ਤਾਂ ਆਪਦੇ ਲਿਖੇ ਹੋਏ ਹਰਫਾਂ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਦੁਬਾਰਾ ਵਿਚਾਰ ਕਰਨਾ। ਤੁਹਾਨੂੰ ਉੱਤੇ ਵੀ ਸ਼ੱਕ ਹੋ ਗਿਆ ਵੀ ਜੋ ਤੁਸੀਂ ਲਿਖਿਆ ਉਹ ਕਿਤੇ ਨਾ ਕਿਤੇ ਗਲਤ ਲਿਖਿਆ ਗਿਆ ਤੁਹਾਡੇ ਤੋਂ? ਮੈਂ ਗਲਤ ਮੇਰੇ ਤੋਂ ਲਿਖਿਆ ਗਿਆ, ਕਿਉਂਕਿ ਜੇ ਸੰਧੂ ਦਾ ਭਰਾ ਬਾਦਲਾਂ ਦਾ ਜ਼ਿਲ੍ਹਾ ਜਥੇਦਾਰ ਅੰਮ੍ਰਿਤਸਰ ਦਾ, ਜੀ, ਸੰਧੂ ਦੇ ਪੈਰੋਕਾਰ ਸਾਰੇ ਬਾਦਲਾਂ ਦੇ ਵਜ਼ੀਰ, ਜੀ, ਸੰਧੂ ਦਾ ਪੈਰੋਕਾਰ ਇਹ ਰਾਜਸਥਾਨ ਦੇ ਵਿੱਚ, ਜੀ, ਜਿਹੜਾ ਦੇਵ ਪੈਂਦੇ ਦਾ ਲੋਟਾ ਕੋਈ ਕਦੀ ਪਤਾ ਹੀ ਨਹੀਂ ਗਾ, ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਇਹ ਪਹਿਲਾਂ ਆਜ਼ਾਦ ਉਮੀਦਵਾਰ ਕੋਲੇ ਉਹਨੇ ਉਹਦੇ ਤੋਂ ਲੈ ਦੇ ਕਰਕੇ ਤੇ ਉਹਦੀ ਸਪੋਰਟ ਕਰ, ਜੀ। ਫਿਰ ਸ਼ਰਾਬ ਮਾਫੀਆ ਨੇ ਕੋਈ ਬੁਰਕੀ ਪਾਤੀ, ਜੀ, ਤੇ ਫਿਰ ਅਖਬਾਰਾਂ ਵਿੱਚ ਖਬਰ ਕਢਾਈ ਹੈ ਜੀ, ਰਿਕਾਰਡ ਤੇ ਪਈ ਹੈ ਜੀ। ਅੰਮ੍ਰਿਤਸਰ ਦੇ ਵਿੱਚ ਪੰਥਕ ਜਥੇਬੰਦੀਆਂ ਦੀ ਮੀਟਿੰਗ ਹੋਈ ਤੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਹੈ ਕਿ ਮੈਂ ਕਾਂਗਰਸ ਦੀ ਸਪੋਰਟ ਕਰਾਂ। ਵਾਹ! ਇਹ ਪੰਥਕ ਜਥੇਬੰਦੀਆਂ ਕਿਹੜੀਆਂ ਸੀਗੀਆਂ? ਉਹੀ ਅਸੀਂ ਇਹਨੂੰ ਫਿਰ ਸਵਾਲ ਕੀਤਾ ਵੀ ਕਿਹੜੀਆਂ ਪੰਥਕ ਜਥੇਬੰਦੀਆਂ ਸਾਨੂੰ ਦੱਸਣ ਜਿਹੜੀਆਂ ਤੈਨੂੰ ਇਹ ਹੁਕਮ ਲਾਉਂਦੀਆਂ ਵੀ ਜਾ ਕੇ ਕਾਂਗਰਸ ਦੀ ਸਪੋਰਟ ਕਰ, ਜੀ, ਠੀਕ ਹੈ। ਤੇ ਕਹਿੰਦਾ ਮੈਨੂੰ ਕਾਂਗਰਸ ਦਾ ਝੋਲੀ ਚੱਕ। ਚਲੋ ਇਹ ਤਾਂ ਚੱਲਦਾ ਹੀ ਰਹਿੰਦਾ, ਜਿਹੜਾ ਬੰਦਾ ਕੌਮ ਦੀ ਪੰਥ ਦੀ ਗੱਲ ਕਰੇ ਉਹ ਜਾਂ ਤਾਂ RSS ਦਾ ਹੁੰਦਾ ਜਾਂ BJP ਦਾ ਹੁੰਦਾ। ਮੈਂ ਰਾਹੁਲ ਗਾਂਧੀ ਨਾਲ ਗਿਆ, ਮੈਂ ਕੋਈ ਉਹਦੇ ਨਾਲ ਗੁਪਤ ਮੀਟਿੰਗ ਤੇ ਨਹੀਂ ਕੀਤੀ, ਅੰਦਰ ਚੁੱਕ ਕੇ ਤੇ ਨਹੀਂ ਗਿਆ ਨਾ, ਮਤਲਬ ਬੈਕਡੋਰ ਐਂਟਰੀ ਨਹੀਂ ਹੈਗੀ ਨਾ। ਅੱਛਾ, ਜਿਹੜੀ ਹੁਣ ਭਾਰਤ ਜੋੜੋ ਰੈਲੀ ਹੋਈ ਸੀ ਉਹਦੇ ਵਿੱਚ ਹਾਂਜੀ, ਉਹਦੇ ਵੀ ਤੁਹਾਡੀਆਂ ਬੜੀਆਂ ਫੋਟੋਆਂ ਵਾਇਰਲ ਹੋਈਆਂ ਸੀਗੀਆਂ। ਹਾਂ, ਪਰ ਕਿਉਂ ਮੈਂ ਗਿਆ ਕਿਉਂ? ਕਿਉਂਕਿ ਉਹ 4000 ਕਿਲੋਮੀਟਰ RSS ਨੂੰ ਗਾਲਾਂ ਕੱਢਦਾ ਹੈ, ਜਿਹੜੀ ਸਾਡੀ ਦੁਸ਼ਮਣ ਹੈ, ਜੀ। ਤੇ ਜੇ ਕੋਈ ਵੱਡਾ ਤਾਕਤਵਰ ਬੰਦਾ ਸਾਡੇ ਦੁਸ਼ਮਣ ਨਾਲ, ਜੀ, ਉਹਨਾਂ ਨਾਲ ਟਕਰਾਉਂਦਾ ਹੈ, ਫਿਰ ਅਸੀਂ ਉਹ ਦੋ ਪੈਰ ਅਸੀਂ ਵੀ ਉਹਦੇ ਨਾਲ ਤੁਰ ਪਈਏ ਭਾਈ, ਜੀ। ਵੀ ਜਿਹੜੀ RSS ਸਾਡੀਆਂ ਜੜ੍ਹਾਂ 'ਚ ਤੇਲ ਦਿੰਦੀ ਹੈ ਪਿਛਲੇ 40 ਸਾਲਾਂ ਤੋਂ, ਜੀ, ਤੇ ਉਹਦੇ ਨਾਲ ਟਕਰਾਉਣ ਵਾਲਾ ਕੋਈ ਇੱਕ ਬਹੁਤ ਵੱਡਾ ਗਰੁੱਪ ਸਾਨੂੰ ਲੱਭ ਜਾਵੇ ਦੇਸ਼ ਵਿੱਚ, ਜੀ, ਤੇ ਸਾਨੂੰ ਉਹਦੇ ਨਾਲ ਖੜੇ ਹੋਣਾ ਚਾਹੀਦਾ ਕਿ ਫਿਰ ਕਿਸੇ ਹੋਰ ਨਾਲ ਖੜੇ ਹੋਣਾ ਚਾਹੀਦਾ। ਬਾਪੂ ਜੀ, ਗੱਲ ਤੁਹਾਡੀ ਬਿਲਕੁਲ ਸਹੀ ਹੈ, ਪਰ ਸੰਗਤ ਨੂੰ ਗੁੱਸਾ ਇਸ ਚੀਜ਼ ਦਾ ਸੀਗਾ ਵੀ ਜਿਹਨਾਂ ਨੇ ਸਾਡਾ ਦਰਬਾਰ ਢਾਇਆ ਸੀ ਉਹ ਕਿੱਦਾਂ ਭੁੱਲ ਗਏ, ਉਹ ਕਿੱਥੋਂ ਸਾਡੇ ਸਕੇ ਹੋ ਜਾਣਗੇ। RSS ਤਾਂ ਹਜੇ ਤੱਕ ਉੱਥੇ ਤੱਕ ਪਹੁੰਚੀ ਨਹੀਂ, ਇਹਨਾਂ ਨੇ ਜੋ ਇਹਨਾਂ ਨੇ ਕਰਤੂਤ ਕਰਤੀ। ਸੈਣੀ ਸਾਹਿਬ, ਇੱਥੇ ਵੀ ਸਾਡਾ ਇਤਿਹਾਸ ਹੀ ਸਾਡੀ ਅਗਵਾਈ ਕਰਦਾ, ਜੀ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਕਤਲ ਕੀਤਾ, 31 ਤਵੀ ਤੇ ਬਿਠਾਇਆ, ਜੀ, ਸਾਡਾ ਗੁਰੂ ਉਸ ਜਹਾਂਗੀਰ ਦੇ ਨਾਲ ਉਹਦੇ ਨਾਲ ਸੰਵਾਦ ਕੀਤਾ,
ਜੀ ਠੀਕ ਹੈ। ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਜਿਸ ਔਰੰਗਜ਼ੇਬ ਨੇ ਸ਼ਹੀਦ ਕੀਤਾ, ਗੁਰੂ ਗੋਬਿੰਦ ਸਿੰਘ ਨੇ ਉਸਦੇ ਪਰਿਵਾਰ ਨਾਲ ਸੰਵਾਦ, ਉਹਦੇ ਨਾਲ ਗਿਆ। ਜੀ ਇਹ ਰਣਨੀਤੀ ਹੈ, ਪੈਂਤੜਾ ਹੈ, ਇਹ ਸਮੇਂ ਦੀ ਮੰਗ ਹੈ ਜਿਹੜੀ। ਜੀ ਜਿਹਦੇ ਜੇ ਤੁਸੀਂ ਸਮੇਂ ਦੇ ਗੁਰੂ ਸਾਹਿਬ ਤੇ ਸਮਰੱਥ ਸੀ, ਉਹ ਕਰ ਸਕਦੇ ਸੀ, ਉਹ ਨਾ ਵੀ ਜਾਂਦੇ ਜਹਾਂਗੀਰ ਨਾਲ, ਉਹਨਾਂ ਨੂੰ ਸਰ ਸਕਦਾ ਸੀ। ਬਿਲਕੁਲ। ਪਰ ਉਹਨਾਂ ਨੇ ਸਾਰੇ ਸਾਡੇ ਲਈ ਰਾਹ ਖੋਲੇ ਆ ਨਾ, ਵੀ ਮੇਰੇ ਸਿੱਖ ਕਦੀ ਇਸ ਤਰ੍ਹਾਂ ਇਸਤੇਮਾਲ ਨਾ ਹੋਣ। ਵੀ ਹੁਣ ਸਾਨੂੰ ਬੀਜੇਪੀ ਇਸਤੇਮਾਲ ਕਰਦੀ ਹੈ ਨਾ ਇਹ ਗੱਲ ਕਹਿ ਕੇ ਵੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੀ, ਤੇ ਬੀਜੇਪੀ ਨੇ ਤੇ ਹਮਲਾ ਕਰਵਾਇਆ ਨਾ ਫਿਰ ਦਰਬਾਰ ਸਾਹਿਬ। ਅਡਵਾਨੀ ਤਾਂ ਆਪਣੀ ਕਿਤਾਬ 'ਚ ਲਿਖਦਾ ਨਾ ਵੀ ਇੰਦਰਾ ਗਾਂਧੀ ਤੇ ਕਰਦੀ ਨਹੀਂ ਸੀ, ਅਸੀਂ ਤੇ ਕਰਵਾਇਆ, ਅਸੀਂ ਕਰਵਾਇਆ ਉਸ ਤੋਂ ਹਮਲਾ। ਬਿਲਕੁਲ, ਇਹ ਵੀ ਗੱਲ ਹੈ। ਤੇ ਫਿਰ ਅਸੀਂ ਜਾਈਏ ਕਿਹਦੇ ਨਾਲ? ਹਮਲਾ ਕਰਨ ਵਾਲੇ ਨਾਲ ਜਾਈਏ, ਕਰਾਉਣ ਵਾਲੇ ਨਾਲ ਜਾਈਏ? ਫਿਰ ਦੂਜੀ ਗੱਲ, ਜਿਹਨੇ ਹਮਲਾ ਕੀਤਾ ਉਹ ਇੱਕ ਜੰਗ ਸੀ, ਅਸੀਂ ਉਹਨਾਂ ਦੇ ਘਰੇ ਜਾ ਕੇ ਮਾਰਿਆ, ਜੀ ਸਾਡਾ ਹਿਸਾਬ ਦਾ ਬਰਾਬਰ ਹੋ ਗਿਆ। ਜੀ ਤੇ ਜੇ ਉਹਦੀ ਅਗਲੀ ਪੀੜ੍ਹੀ ਜਿਹੜੀ ਉਦੋਂ ਹੈ ਹੀ 4-5 ਸਾਲਾਂ ਦੇ ਸੀਗੇ, ਦੂਸਰੀ ਤੀਸਰੀ ਪੀੜ੍ਹੀ ਆਪਣੀ ਗਲਤੀ ਨੂੰ ਮੰਨ ਲਵੇ, ਸਵੀਕਾਰ ਕਰ ਲਵੇ, ਮਾਫੀ ਮੰਗ ਲਵੇ, ਜੀ, ਤੇ ਫਿਰ ਸਾਨੂੰ ਉਹਦੇ ਨਾਲ ਜਾਣ ਕੀ ਇਤਰਾਜ਼ ਹੈ? ਫਿਰ ਨਾਲੇ ਮੇਰੇ ਜਾਣ ਤੋਂ ਪਹਿਲਾਂ ਤੇ ਪੰਜਾਬ ਬਾਪੂ ਜੀ, ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸੰਗਤ ਦੇ ਜ਼ਿਹਨ ਦੇ ਵਿੱਚ ਇਹ ਹੋਗਾ ਵੀ ਚਲੋ ਦਰਬਾਰ ਸਾਹਿਬ ਤੇ ਹਮਲਾ ਕੀਤਾ, ਇੰਦਰਾ ਨੂੰ ਸੋਧਾ ਰਾਤਾ, ਗੱਲ ਮੁੱਕ ਗਈ। ਪਰ ਉਸ ਤੋਂ ਬਾਅਦ ਜਿਹੜਾ 84 ਤੋਂ ਬਾਅਦ ਲੈ ਕੇ 96 ਤੱਕ ਸਿੱਖ ਨੌਜਵਾਨਾਂ ਦਾ ਘਾਣ ਹੋਇਆ, ਉਸ ਦਾ ਕੀ ਸੰਗਤ ਦੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿ ਸਾਨੂੰ ਇਸ ਗੱਲ ਦਾ ਦਰਦ ਨਹੀਂ ਹੈਗਾ ਕਿ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਅਸੀਂ ਉਹਨਾਂ ਨਾਲ ਹਿਸਾਬ ਬਰਾਬਰ ਨਹੀਂ ਕੀਤੇ ਆ ਨਾ, ਅੱਜ ਵੀ ਲੜ ਰਹੇ ਹਾਂ ਉਹਨਾਂ ਦੇ ਖਿਲਾਫ ਜੀ। ਤੇ ਘਾਣ ਕਰਵਾਇਆ ਕਿੰਨੇ? ਗੱਲ ਤਾਂ ਉਹੀ ਹੈ ਨਾ, ਮੈਂ ਉਹੀ ਜਾਣਨਾ ਚਾਹੁੰਦਾ, ਘਾਣ ਕਰਵਾਇਆ ਕਿੰਨੇ? ਘਾਣ ਕੀਤਾ ਤੇ ਉਹਨੂੰ ਬਾਦਲਾਂ ਨੇ ਸ਼ਹਿ ਦਿੱਤੀ ਤਾਂ ਕੀਤਾ ਨਾ ਜੀ, ਠੀਕ ਹੈ। ਤੇ ਜੇ ਘਾਣ ਕਰਵਾਉਣ ਵਾਲੇ ਇਹ ਕਹਿ ਕੇ ਆਉਣ ਕਿ ਸਾਡੀ ਸਰਕਾਰ ਲਿਆਓ ਤੇ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਉਹਨਾਂ ਪੁਲਿਸ ਵਾਲਿਆਂ ਨੂੰ ਅਸੀਂ ਟੰਗਾਂਗੇ, ਤੇ ਉਹਨਾਂ ਪੁਲਿਸ ਵਾਲਿਆਂ ਨੂੰ ਸਾਡੇ DGP ਲਵਾ ਦੇਣ। ਬਿਲਕੁਲ, ਜਿਹਨਾਂ ਨੇ ਪੰਜਾਬ ਦੇ ਗਲ 'ਚ ਫਾਂਸੀ ਦਾ ਫੰਦਾ ਪਾ ਕੇ ਤੇ ਰੱਸਾ ਹੱਥ 'ਚ ਫੜਿਆ ਹੈ, ਅਸੀਂ ਉਹਨਾਂ ਨੂੰ ਹੀ ਕਮਾਂਡ ਦਿੰਦੇ ਵੀ ਤੁਸੀਂ ਡਿਸਾਈਡ ਕਰੋ ਖਿੱਚਣਾ ਕਿ ਛੱਡਣਾ। ਫਿਰ ਤੁਸੀਂ ਮੈਨੂੰ ਦੱਸੋ ਵੀ ਅਸੀਂ ਤਜ਼ੂਰਾ ਖਾਧਾ ਹੋਇਆ ਵੀ ਸਾਨੂੰ ਇਹ ਵੀ ਸਮਝ ਨਾ ਆਵੇ ਵੀ ਸਾਡੇ ਅਸਲ ਕਾਤਲ ਕੌਣ ਹੈ? ਚਲੋ ਇਹ ਤਾਂ ਚਲੋ ਸੰਗਤ ਨੂੰ ਪਤਾ ਹੀ ਅਸਲ ਕਾਤਲ ਸਾਡੇ ਕਿਹੜੇ ਨੇ, ਉਹ ਤਾਂ 84 ਦਾ ਘਾਣ ਵੀ ਸਾਰੀ ਦੁਨੀਆ ਜਾਣਦੀ ਹੈ। ਹੁਣ ਤਾਂ ਇੱਕ ਚਿੱਠੇ ਸਾਹਮਣੇ ਆ ਗਏ ਆ, ਜਿਹਨਾਂ ਨੇ ਉਹ ਸਾਜ਼ਿਸ਼ ਰਚੀ ਉਹ ਆਪ ਮੰਨ ਗਏ ਆ। ਪਰ ਆਹ ਜਿਹੜਾ ਹੁਣ ਹਰਮਿੰਦਰ ਸੰਧੂ ਰੌਸ਼ਨ ਦਿਮਾਗ ਇੰਨਾ ਪ੍ਰਚਾਰਿਆ ਜਾ ਰਿਹਾ ਆ, ਇਹਦੇ ਪਿੱਛੇ ਦਾ ਤੁਸੀਂ ਮੁੱਖ ਰੀਜ਼ਨ ਕੀ ਸਮਝਦੇ ਹੋ, ਉਦੇਸ਼? ਕਿਉਂਕਿ ਕਈ ਨਿੱਜੀ ਚੈਨਲ ਵੀ ਹੈ ਨੇ ਜੋ ਹਰਮਿੰਦਰ ਸੰਧੂ ਰੌਸ਼ਨ ਦਿਮਾਗ ਬਹੁਤ ਵਧੀਆ ਸਾਡਾ ਯੋਧਾ ਸੀਗਾ, ਜਿੰਨੀ ਕਿ ਮੈਂ ਸਟੱਡੀ ਕੀਤੀ ਹੈ, ਨੋ ਡਾਊਟ ਇਹ ਤਾਂ ਮੈਨੂੰ ਵੀ ਪਤਾ ਲੱਗਿਆ ਕਿ ਉਹ ਬੰਦਾ ਬਹੁਤ ਸਮਾਰਟ ਸੀਗਾ, ਬਹੁਤ ਆਊਟਸਟੈਂਡਿੰਗ ਸੀਗਾ। ਬਟ ਆਹ ਜਿਹੜਾ ਬਾਅਦ 'ਚ ਸਵਾਲ ਚੁੱਕਦਾ ਹੈ ਵੀ ਉਹਨੇ ਗੱਦਾਰੀ ਵੀ ਕੀਤੀ, ਦੇਖੋ ਜੀ ਹੁਣ ਤੇ ਅੱਜ ਰੌਸ਼ਨ ਦਿਮਾਗ ਕਿੱਦਾਂ ਹੋ ਗਿਆ? ਫਿਰ ਜਿਹੜੇ ਅੰਦਰ ਸੀਗੇ ਉਸ ਟਾਈਮ ਨਾਲ ਸੀਗੇ, ਸਵਾਲ ਤੋਂ ਹੀ ਚੁੱਕਦੇ ਆ ਨਾ ਜੀ। ਕਿਉਂਕਿ ਕੁੱਕੀ ਗਿੱਲ ਜੇ ਕਹਿੰਦਾ ਹੈ ਕਿ ਜਦੋਂ ਹਮਲਾ ਹੋ ਰਿਹਾ ਸੀ ਦਰਬਾਰ ਸਾਹਿਬ ਤੇ ਉਦੋਂ ਉਹ ਸੰਤਾਂ ਦੇ ਨਾਲ ਨਹੀਂ, ਠੀਕ ਹੈ। ਜਦੋਂ ਉਹ ਬਾਹਰ ਆਇਆ, ਉਹ ਲੌਂਗੋਵਾਲ ਨਾਲ ਬਾਹਰ ਆਇਆ, ਸਵਾਲ ਤੇ ਫਿਰ ਖੜੇ ਹੁੰਦੇ ਆ ਨਾ ਜੀ। ਹਾਂਜੀ, ਪਰ ਚਲੋ ਸਾਨੂੰ ਇਹ ਗੱਲ ਤਾਂ ਸਮਝ ਆਉਂਦੀ ਆ ਵੀ ਉਹ ਰੋਸ਼ਨ ਦਿਮਾਗ ਸੀਗਾ, ਬੜਾ ਇੰਟੈਲੀਜੈਂਟ ਸੀਗਾ, ਪਰ ਜਿਹੜੇ ਉਹਨੂੰ ਰੋਸ਼ਨ ਦਿਮਾਗ ਬਣਾਉਣ ਵਾਸਤੇ ਹੁਣ ਪੱਬਾਂ ਭਾਰ ਹੋਏ ਆ, ਉਹ ਕੌਣ ਲੋ? ਉਹਨਾਂ ਦੀ ਕੀ ਮਨਸ਼ਾ? ਬਿਲਕੁਲ ਦੇਖੋ, ਇਹਨਾਂ ਨੇ ਮੈਂ ਜਿਹੜੇ ਮੇਰੇ, ਕਿਉਂਕਿ ਮੈਂ ਅੰਮ੍ਰਿਤਪਾਲ ਦੇ ਖਿਲਾਫ ਸਟੈਂਡ ਲਿਆ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਮੈਨੂੰ ਪਤਾ ਸੀਗਾ ਕਿ ਇਹਨਾਂ ਨੇ ਇਸ ਬੰਦੇ ਨੂੰ ਮਰਵਾਉਣਾ। ਅੰਮ੍ਰਿਤਪਾਲ ਦੇ, ਅੱਛਾ, ਕਿੱਦਾਂ ਤੁਹਾਨੂੰ ਪਤਾ ਸੀ? ਤੇ ਅੰਮ੍ਰਿਤਪਾਲ ਦੇ ਖਿਲਾਫ ਤੁਸੀਂ ਸਟੈਂਡ, ਕਿਉਂਕਿ ਤੁਹਾਡਾ ਬਹੁਤ ਵਿਰੋਧ ਹੋਇਆ ਸੀ ਉਸ ਵਾਸਤੇ। ਮੈਨੂੰ ਪਤਾ ਸੀਗਾ ਕਿ ਜਿਹੜੇ ਅੰਮ੍ਰਿਤਪਾਲ ਨੂੰ ਤੋੜਨ ਵਾਲੇ ਨੇ ਦੁਬਈ ਚੋਂ, ਤੇ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਇੱਥੇ ਲਿਆਣ ਕੇ ਰੰਗੂਨ ਵਾਲੇ ਜਹਾਜ਼ ਤੇ ਚੜਾਇਆ, ਉਹ ਸਾਰੇ ਰਲੇ ਹੋਏ ਆ। ਓਕੇ, ਤੁਹਾਡੇ ਸਾਹਮਣੇ ਹੀ ਆ ਜੀ। ਹੁਣ ਦੁਬਈ ਚੋਂ ਤੋੜਨ ਵਾਲੇ ਵੀ ਉਹੀ ਤੇ ਰੋਡਿਆਂ ਚੋਂ ਫੜਾਉਣ ਵਾਲੇ ਵੀ ਉਹੀ। ਮਤਲਬ ਇਹ ਜਿਹੜਾ ਪਿੱਛੋਂ ਤੁਸੀਂ ਮਤਲਬ ਡਾਇਰੈਕਟ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਰਮਿੰਦਰ ਸੰਧੂ ਦਾ ਜਿੰਨਾ ਵੀ ਗਰੁੱਪ ਸੀਗਾ, ਉਹ ਸਾਰਾ ਗਰੁੱਪ ਮਤਲਬ ਸੋਚ ਸਮਝ ਕੇ ਇਹ ਸਭ ਕੁਝ ਪ੍ਰੋਜੈਕਟ ਤੇ ਪਲਾਨ ਕੀਤਾ ਗਿਆ ਸੀ, ਪਲਾਨ ਕਰ ਰਿਹਾ ਸੀ ਇਹਨੂੰ ਹਰਮਿੰਦਰ ਸੰਧੂ ਦਾ ਵਾਰਸ ਬਣਾ ਕੇ ਲਿਆਉਣਾ ਸੀ ਇੱਥੇ। ਅੱਛਾ ਜੀ। ਇੰਡੀਆ 'ਚ ਉਹ ਬਦਕਿਸਮਤੀ ਨਾਲ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ, ਉਹਦੀ ਮੌਤ ਹੋ ਗਈ ਜੀ, ਤੇ ਇਹਨਾਂ ਨੂੰ ਵੱਡਾ ਪਲੇਟਫਾਰਮ ਮਿਲ ਗਿਆ। ਓਕੇ, ਇਹਨਾਂ ਨੇ ਸੰਧੂ ਦੇ ਵਾਰਸ ਨੂੰ ਦੀਪ ਦਾ ਵਾਰਸ ਬਣਾ ਲਿਆ। ਓਕੇ, ਹਾਂਜੀ। ਹੁਣ ਮੈਨੂੰ ਇੱਕ ਗੱਲ ਦਾ ਮੈਨੂੰ ਇਸ ਗੱਲ ਦਾ ਰੰਜ ਹੈ ਵੀ ਜਿਨ੍ਹਾਂ ਨੇ ਪੰਡ ਦਸਤਾਰਾਂ ਦੀ ਅੰਮ੍ਰਿਤਪਾਲ ਦੇ ਸਿਰ ਤੇ ਬੰਨੀ ਜੀ,
ਉਹ ਕਿੱਥੇ ਮਰ ਗਿਆ ਹੁਣ? ਸਵਾਲ ਇਹ ਵੀ ਉੱਠਦਾ ਹੈ, ਹਾਂਜੀ, ਕਿੱਥੇ ਚਲੇ ਗਿਆ ਉਹ? ਪੰਜਾਬ ਨਹੀਂ ਲੈ ਕੇ ਆ ਸਕੇ ਦਿਬਰੂਗੜ੍ਹ ਤੋਂ। ਵੀ ਜੇ ਉਹਨੂੰ ਤੁਸੀਂ ਆ ਯਾਰ ਤੁਹਾਡੇ ਸਾਹਮਣੇ ਸੱਜਰੀ ਮਿਸਾਲ ਆ, ਝੋਟਾ ਵਿਚਾਰਾ ਕਿੱਡਾ ਕੁ ਲੀਡਰ ਹੈ ਜੀ ਬਿਲਕੁਲ ਪਰਮਿੰਦਰ ਝੋਟਾ। ਜੀ ਜੇ ਉਹਦੇ ਪਿੱਛੇ ਸਾਰਾ ਪੰਜਾਬ ਖੜਾ ਹੋ ਕੇ ਉਹਨੂੰ ਜੇਲ੍ਹ ਚੋਂ ਬਾਹਰ ਕਢਾ ਸਕਦਾ ਹੈ, ਤੇ ਕੀ ਇਹ ਰੋਸ਼ਨ ਦਿਮਾਗ ਜਿਨ੍ਹਾਂ ਨੇ ਪੰਡ ਦਸਤਾਰਾਂ ਦੀ ਅੰਮ੍ਰਿਤਪਾਲ ਦੇ ਸਿਰ ਤੇ ਬੰਨ੍ਹ ਕੇ ਉਹਨੂੰ ਅਸਾਮ ਵਾਲੇ ਜਹਾਜ਼ ਤੇ ਚੜਾਇਆ ਜਿਨ੍ਹਾਂ ਨੇ, ਜੀ ਉਹ ਉਹਨੂੰ ਵਾਪਸ ਪੰਜਾਬ ਨਹੀਂ ਲਿਆ ਸਕਦੇ? ਬਿਲਕੁਲ। ਤੇ ਇਹਦਾ ਮਤਲਬ ਇਹ ਆ ਵੀ ਇਹਨਾਂ ਨੇ ਇਸਤੇਮਾਲ ਕਰਕੇ ਤੇ ਉਹਨੂੰ ਸਿੱਟਤਾ। ਤੇ ਜਿਹੜੇ ਉਹਦੇ ਮੰਗਰ ਵਿਚਾਰੇ ਇਨੋਸੈਂਟ ਲੱਗੇ ਸੀ, ਉਹਨਾਂ ਦਾ ਕੀ ਬਣਿਆ ਫਿਰ? ਬਿਲਕੁਲ। ਫਿਰ ਹੁਣ ਤੁਸੀਂ ਦੱਸੋ ਵੀ ਅੰਮ੍ਰਿਤਪਾਲ ਨਾਲ ਤੇ ਕਿਸੇ ਨੇ ਫੋਟੋ ਵੀ ਖਿਚਵਾ ਲਈ ਤੇ ਉਹਨੂੰ ਚੱਕ ਕੇ ਜੇਲ੍ਹ 'ਚ ਦਿੱਤਾ, ਉੱਤੇ ਮੁਕੱਦਮਾ ਦਰਜ ਹੋ ਗਿਆ, ਉਹਨੂੰ ਜ਼ਮਾਨਤ ਕਰਾਉਣੀ ਪੈ ਗਈ ਜੀ। ਤੇ ਇਹ ਸਾਡਾ ਰੋਸ਼ਨ ਦਿਮਾਗ ਗੰਗਾਨਗਰ ਦੇ ਵਿੱਚ ਨੰਗੀਆਂ ਤਲਵਾਰਾਂ ਨਾਲ ਅੰਮ੍ਰਿਤਪਾਲ ਨੂੰ ਲਿਆਉਂਦਾ ਤੇ ਆਪਦੇ ਗੁਰਦੁਆਰੇ ਸਟੇਜ ਤੋਂ ਖਾਲਿਸਤਾਨ ਦਾ ਐਲਾਨ ਕਰਵਾਉਂਦਾ ਉੱਥੋਂ। ਕੌਣ, ਟਿੱਮੇ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂ ਹਾਂ। ਅੱਛਾ, ਇਹਦੇ ਬਾਰੇ ਤਾਂ ਮੈਨੂੰ ਨੌਲੇਜ ਨਹੀਂ। ਵੀਡੀਓ ਪਈਆਂ ਸਾਰੀਆਂ। ਤੇ ਓਕੇ। ਇਹਨੂੰ ਸਾਡੀ ਰਾਜਸਥਾਨ ਦੀ ਪੁਲਿਸ ਆਵਾਜ਼ ਵੀ ਨਹੀਂ ਮਾਰਦੀ। ਫਿਰ ਗੱਲ ਤਾਂ ਦੇਖੋ, ਮੈਂ ਗੱਲਾਂ ਕੌੜੀਆਂ ਜ਼ਰੂਰ ਨੇ, ਮੈਂ ਤਾਂ ਸਿੱਧੀ ਇਹ ਗੱਲ ਕਹਿਣਾ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ ਨਾ, ਚਾਹੇ ਨੰਗੀਆਂ ਤਲਵਾਰਾਂ ਲੈ ਕੇ ਲਾਉਣ ਤੇ ਚਾਹੇ ਆਪਣੇ ਡੰਡੇ ਆਪਣੇ ਝੰਡੇ ਚੱਕ ਕੇ ਲਾਉਣ, ਉਹਨਾਂ ਦਾ ਕਦੀ ਵਾਲ ਨਹੀਂ ਵਿੰਗਾ ਹੁੰਦਾ। ਮੈਂ ਬਹੁਤ ਸਾਰੇ ਆਪਣੇ ਪ੍ਰੋਗਰਾਮਾਂ 'ਚ ਇਹ ਗੱਲ ਬੋਲੀ ਹੈ। ਪਰ ਹਾਂ, ਜਿਹੜੇ ਨੌਜਵਾਨ ਆਪ ਮੁਹਾਰੇ ਜਾ ਕੇ ਨਾਅਰੇ ਲਾਉਣ ਵਾਲਿਆਂ ਦਾ ਵਾਲ ਵਿੰਗਾ ਕਿੱਥੇ ਹੋਇਆ? ਮਨਸੂਬਾ ਸਿਰਫ ਇਹ ਸੀਗਾ ਏਜੰਸੀਆਂ ਦਾ ਕਿ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕੀਤੀ ਆ ਕਿਸਾਨ ਅੰਦੋਲਨ ਦੀ, ਦੁਨੀਆ ਵਿੱਚ ਇਸ ਗੱਲ ਦੀ ਮੈਸੇਜ ਗਿਆ ਹੈ ਕਿ ਪੰਜਾਬ ਦਾ ਸਿੱਖ ਜਿਹੜਾ ਹੈ ਉਹ ਸਭ ਤੋਂ ਵੱਧ ਡੈਮੋਕਰੇਟ ਹੈ ਔਰ ਸ਼ਾਂਤੀ ਨਾਲ ਉਹ ਜੰਗ ਜਿੱਤ ਸਕਦਾ ਜੀ। ਇਹ ਅਕਸ ਸੀਗਾ ਦੁਨੀਆ ਵਿੱਚ ਸਿੱਖਾਂ ਦਾ, ਠੀਕ ਹੈ ਜੀ। ਔਰ ਜੇ ਇਹ ਅਕਸ ਬਣਿਆ ਰਹਿੰਦਾ ਹੈ ਤੇ ਅਗਲਾ ਸਟੈਪ ਸੀਗਾ ਜਿਹੜਾ ਪੰਜਾਬ ਦੇ ਕਿਸਾਨਾਂ ਦਾ, ਉਹ ਸੀਗਾ ਕਿ ਅਸੀਂ ਵਾਘਾ ਬਾਰਡਰ ਖਿਲਾਉਣਾ। ਜੀ ਬਿਲਕੁਲ। ਸਾਡਾ ਵਪਾਰ ਇੱਥੋਂ ਕਿਉਂ ਨਾ ਹੋਵੇ? ਜੀ। ਜੇ ਸਾਰਾ ਵਪਾਰ ਕਰਾਚੀ ਦੇ ਰਾਹੀਂ ਪਾਕਿਸਤਾਨ ਨਾਲ ਹੋ ਸਕਦਾ ਹੈ ਜੀ, ਤੇ ਵਾਘਾ ਬਾਰਡਰ ਤੋਂ ਕਿਉਂ ਨਹੀਂ ਹੋ ਸਕਦਾ? ਬਿਲਕੁਲ। ਹੁਣ ਜੇ ਇਹ ਵਾਘਾ ਬਾਰਡਰ ਵਾਲੀ ਮੰਗ ਤਾਂ ਹੀ ਉੱਠ ਸਕਦੀ ਸੀ ਨਾ ਜੇ ਪੰਜਾਬ 'ਚ ਅਮਨ ਸ਼ਾਂਤੀ ਹੋਵੇ ਤਾਂ। ਬਿਲਕੁਲ। ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਏ ਤੋਂ ਬਗੈਰ ਇੱਥੇ BSF ਕਿਵੇਂ ਕਰ ਸਕਦੇ ਸੀ? ਇਹ ਖੜੀ ਕਿਵੇਂ ਕੇਂਦਰੀ ਏਜੰਸੀਆਂ 'ਚ ਲਿਆ ਸਕਦੇ ਸੀ ਪੈਰਾਮਿਲਟਰੀ ਫੋਰਸ ਨੂੰ, ਜੇ ਪੰਜਾਬ ਸ਼ਾਂਤ ਰਹਿੰਦਾ? ਜੀ 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 ਬਿਲਕੁਲ। ਤੇ ਇਹਨਾਂ ਨੇ ਤੇ ਇਹ ਇੱਕ ਮਤਲਬ ਦੁਨੀਆ ਦੇ ਸਾਹਮਣੇ ਪ੍ਰੋਪੇਗੈਂਡਾ ਖੜਾ ਕੀਤਾ ਵੀ ਵੇਖੋ ਜੀ ਪੰਜਾਬ 'ਚ ਤਾਂ ਅੱਗ ਲੱਗ ਗਈ ਜੀ, ਪੰਜਾਬ 'ਚ ਖਾਲਿਸਤਾਨ ਬਣਨ ਜਾ ਰਿਹਾ ਜੀ। ਉਹਨੂੰ ਭੋਲੇ ਬੰਦੇ ਨੂੰ ਪਤਾ ਨਹੀਂ ਲੱਗਿਆ ਕਿ ਮੈਂ ਕਿਹਨਾਂ ਦੇ ਹੱਥਾਂ 'ਚ ਕੱਢੀ ਜਾਂਦਾ। ਓਕੇ, ਮਤਲਬ ਤੁਹਾਡੇ ਹਿਸਾਬ ਨਾਲ ਕਿ ਅੰਮ੍ਰਿਤਪਾਲ ਬਿਲਕੁਲ ਇਨੋਸੈਂਟ ਸੀਗਾ, ਉਹਨੂੰ ਟਰੈਪ ਕਰਕੇ ਫਸਾਇਆ ਗਿਆ। ਮੈਂ ਬਿਲਕੁਲ ਪਹਿਲੇ ਦਿਨ ਤੋਂ ਕਹਿੰਦਾ ਵੀ ਉਹਨੂੰ ਟਰੈਪ ਵਿੱਚ ਫਸਾ ਕੇ ਉਸ ਨੂੰ ਇਸਤੇਮਾਲ ਕੀਤਾ ਗਿਆ, ਇਸਤੇਮਾਲ ਕਰਕੇ ਉਹਨੂੰ ਉੱਥੇ ਰੰਗੂਨ ਭੇਜ ਦਿੱਤਾ ਗਿਆ। ਇਹ ਗੜਵਈ ਜਿਹੜੇ ਬਾਬੇ ਰਾਮ ਸਿੰਘ ਦੇ ਗੜਵਈਆਂ ਨੇ, ਜਿਵੇਂ ਬਾਬੇ ਰਾਮ ਸਿੰਘ ਨੂੰ ਰੰਗੂਨ ਵਾਲੇ ਜਹਾਜ਼ ਤੇ ਚੜਾਇਆ ਸੀ ਨਾ, ਜੀ ਜੀ ਜੀ, ਉਵੇਂ ਉਹਨੂੰ ਅੰਮ੍ਰਿਤਪਾਲ ਨੂੰ ਰੰਗੂਨ ਵਾਲੇ ਜਹਾਜ਼ ਤੇ ਚੜਾਇਆ ਤੇ ਆਪ ਹੁਣ ਫੇਰ ਮੌਜਾਂ ਲੁੱਟਦੇ ਫਿਰਦੇ ਪੰਜਾਬ 'ਚ। ਜੀ, ਪਰ ਪੰਜਾਬ ਦੇ ਵਿੱਚ ਮਤਲਬ ਨੌਜਵਾਨ ਤੇ ਕੋਈ ਨਾ ਕੋਈ ਤਾਂ ਨੌਜਵਾਨ ਆਗੂ ਚਾਹੀਦਾ ਸੀ। ਹੁਣ ਅੰਮ੍ਰਿਤਪਾਲ ਆਇਆ ਸੀ ਤਾਂ ਪੰਜਾਬ ਦੇ ਮਤਲਬ ਨੌਜਵਾਨਾਂ ਦੀ ਸਾਰਿਆਂ ਦੀ ਇੱਕ ਉਮੀਦ ਵੱਜੀ ਸੀ ਵੀ ਚਲੋ ਇੱਕ ਨੌਜਵਾਨ ਆਗੂ ਆਇਆ ਜਿਹੜਾ ਅੰਮ੍ਰਿਤ ਦੀ ਦਾਤ ਦੇ ਰਿਹਾ ਹੈ, ਖਾਲਸਾ ਵੀਰ ਕੱਢੀ, ਅਸੀਂ ਉਹਦੇ ਨਾਲ ਜੁੜੀਏ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਅਗਲਾ ਨੌਜਵਾਨ ਆਗੂ ਕਿਹੜਾ ਹੋਣਾ ਹੈ? ਮੈਨੂੰ ਇਹੀ ਮੇਰਾ ਸਵਾਲ ਹੈ ਵੀ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਵਿੱਚੋਂ ਵੀ ਅੰਮ੍ਰਿਤਪਾਲ ਦੀ ਇੰਨੀ ਸਪੋਰਟ ਕੀਤੀ ਜੀ, ਠੀਕ ਹੈ, ਔਰ ਪੰਜਾਬ 'ਚੋਂ ਵੀ ਕੀਤੀ, ਦੂਜਿਆਂ ਸੂਬਿਆਂ ਵਿੱਚੋਂ ਵੀ ਕੀਤੀ, ਤੇ ਅੰਮ੍ਰਿਤਪਾਲ ਦੇ ਹੱਥੋਂ ਉਹ ਵਹੀਰ ਦਾ ਝੰਡਾ ਜਿਹੜਾ ਡਿੱਗਿਆ ਹੈ, ਸਰਕਾਰ ਨੇ ਡਿੱਗਿਆ ਹੈ ਖੋ ਕੇ, ਉਹ ਝੰਡਾ ਚੁੱਕਣ ਵਾਸਤੇ ਇੱਕ ਵੀ ਨਹੀਂ ਆਇਆ ਕੋਈ ਮੁੜ ਕੇ ਫਿਰ ਬਾਹਰੋਂ ਜੀ। ਕੋਈ ਤੇ ਆਉਂਦਾ ਫਿਰ ਬਾਹਰੋਂ ਜੀ। ਅੰਮ੍ਰਿਤਪਾਲ ਦੇ ਡਿੱਗੇ ਹੋਏ ਝੰਡੇ ਦੀ ਵਹੀਰ ਨੂੰ ਚੁੱਕ ਕੇ ਕੋਈ ਤਾਂ ਤੁਰਦਾ ਬਾਹਰੋਂ ਆਣ ਕੇ। ਅਸੀਂ ਵੀ ਕਹਿੰਦੇ ਵੀ ਬਾਹਰ ਖਾਲਿਸਤਾਨ ਦੀ ਲੜਾਈ ਲੜ ਰਹੇ ਆ ਵੀ ਜੀ, ਤੇ ਇਹਦਾ ਮਤਲਬ ਸਾਡੇ ਸਫਾਰੀ ਕਿੱਲਰ ਆ ਅਸੀਂ, ਸਾਡੇ ਬੱਚੇ ਜਿਨ੍ਹਾਂ ਨੂੰ ਪੈਸੇ ਦੇ ਕੇ ਮਰਵਾਉਂਦੇ ਹੋ ਤੁਸੀਂ ਜੀ। ਹਾਂਜੀ ਬਿਲਕੁਲ। ਸੋ ਇਹ ਸਾਰੀਆਂ ਕਹਾਣੀਆਂ ਨੇ। ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਨਾ, ਫਿਰ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ, ਕਿਉਂਕਿ ਇਹ ਤਾਂ ਚਾਹੁੰਦੇ ਆ ਵੀ ਜੋ ਅਸੀਂ ਕਹੀਏ ਉਹ ਲੋਕੀ ਪ੍ਰਵਾਨ ਕਰਨ, ਲੋਕ ਪ੍ਰਵਾਨ ਨਹੀਂ ਕਰਦੇ। ਹੁਣ ਤੁਸੀਂ ਮੈਨੂੰ ਦੱਸੋ ਵੀ ਇਹਨਾਂ ਨੇ ਜਦੋਂ ਬਾਦਲਾਂ ਦਾ ਪੰਜਾਬ ਦੇ ਵਿੱਚ ਰਾਜ ਸੀ ਨਾ ਜੀ, ਸੱਤਾ ਤੇ ਸੀ ਕਾਬਜ, ਤੇ ਰਾਜਸਥਾਨ ਵਿੱਚ BJP ਦਾ ਰਾਜ ਸੀਗਾ, ਵਸੁੰਧਰਾ ਰਾਜੇ ਮੁੱਖ ਮੰਤਰੀ ਸੀ ਤੇ ਤਖਤਾਂ ਦੇ ਇਹਨਾਂ ਦੇ ਜਥੇਦਾਰ ਸੀਗੇ ਜੀ। ਉਦੋਂ ਕਿੱਡੀ ਤਾਕਤ ਸੀ ਇਹਨਾਂ ਕੋਲੇ। ਬਿਲਕੁਲ।
ਉਸ ਤਾਕਤ ਦੇ ਹੁੰਦਿਆਂ ਅਸੀਂ 40 ਸਾਲ ਤੋਂ ਜਿਹੜੇ ਕਾਬਜ ਸੀ ਨਾ ਬੁੱਢਾ ਜੋੜ ਤੇ ਟਰਸਟ ਬਣਾ ਕੇ ਉਹਨਾਂ ਨੂੰ ਪੰਥ ਚੋਂ ਛਕਵਾਇਆ, ਇਹਨਾਂ ਤੋਂ ਹੀ ਛਕਵਾਇਆ। ਅਸੀਂ ਇਹਨਾਂ ਦੀ ਬਾਂਹ ਨੂੰ ਜਦੋਂ ਵਕਤ ਚੜਾਇਆ, ਇਸੇ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਉਹ ਪੰਥ ਚੋਂ ਛਕਣੇ ਪਏ। ਬਿਲਕੁਲ। ਤੇ ਜਦੋਂ ਇਹਨਾਂ ਨੇ ਪੰਥ ਚੋਂ ਛਕਣੇ ਪਏ ਤੇ ਇਹਨਾਂ ਨੇ ਕਿਹਾ ਵੀ ਵਿਹੜਾ ਵਿਹਲਾ ਤੇ ਹੁਣ ਕਰਾਤਾ ਡਿਬੜੂਏ ਨੇ, ਤੇ ਇਸ ਸਟੇਜ ਤੇ ਕਬਜ਼ਾ ਕਿਵੇਂ ਕਰੀਏ ਅਸੀਂ, ਹੁਣ ਆਪਦਾ ਬੰਦਾ ਕਿਵੇਂ ਉਠਾਈਏ ਜੀ। ਸਾਰੇ ਤਖਤਾਂ ਦੇ ਜਥੇਦਾਰ ਇਕੱਠੇ ਹੋ ਕੇ ਇਹਨੂੰ ਰੋਸ਼ਨ ਦਿਮਾਗ ਨੂੰ ਚਾਬੀਆਂ ਦੇ ਕੇ ਗਏ ਜੀ ਬੁੱਢੇ ਜੋੜ ਦੀਆਂ। ਅੱਛਾ ਜੀ। ਗੁਰਦੁਆਰੇ ਦੇ ਪ੍ਰਬੰਧ ਦੀਆਂ ਅਖਬਾਰਾਂ ਦੇ ਵਿੱਚ ਮੇਰੇ ਕੋਲ ਸਾਰੀਆਂ ਕਟਿੰਗ ਪਈਆਂ, ਜਿਹੜੀਆਂ ਇਹਨੇ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਕਹੀਆਂ ਵੀ ਸਾਨੂੰ, ਅਸੀਂ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਬੈਠੇ ਆ ਬੁੱਢਾ ਜੋੜ ਚ, ਸਾਨੂੰ ਅਕਾਲ ਤਖਤ ਦੇ ਜਥੇਦਾਰ ਨੇ ਸੌਂਪੀਆਂ ਚਾਬੀਆਂ ਬੁੱਢਾ ਜੋੜ ਦੀਆਂ ਜੀ। ਤੇ 3 ਦਿਨਾਂ ਬਾਅਦ ਉਹ ਚਾਬੀਆਂ ਸਰਕਾਰ ਦੇ ਪੈਰਾਂ 'ਚ ਪਈਆਂ ਸੀ। ਕਿਉਂ ਅਜਿਹਾ ਕੀ ਹੋਇਆ? ਜਦੋਂ ਰਾਜਸਥਾਨ ਦੇ ਸਿੱਖ ਜੁੱਤੀ ਲਾ ਕੇ ਪਏ ਨਾ ਇਹਦੇ ਮਗਰ ਰੋਸ਼ਨ ਦਿਮਾਗ ਦੇ ਜੀ, ਇਹ ਰਾਤ ਨੂੰ ਭੱਜ ਆਇਆ ਬੁੱਢੇ ਜੋੜ। ਓਕੇ, ਇਹ ਕਿਹੜੇ ਸੰਨ ਦੀ ਗੱਲ ਹੈ? ਇਹ 13 ਦੀ ਗੱਲ ਹੈ ਜੀ। 13 ਦੀ ਗੱਲ ਹੈ। ਤਾਂ ਫਿਰ ਹੁਣ ਰਾਜਸਥਾਨ ਦੇ ਲੋਕਾਂ ਨੇ ਕਿੱਦਾਂ ਪ੍ਰਵਾਨ ਕਰ ਲਿਆ ਜਦੋਂ ਹੁਣ ਇਹਨੂੰ ਮਤਲਬ ਧਰਮ ਪ੍ਰਚਾਰ ਕਮੇਟੀ ਦਾ ਪ੍ਰਧਾਨ ਥਾਪ ਦਿੱਤਾ ਆ? ਕਿੱਥੇ ਪ੍ਰਵਾਨ ਕਰ ਲਿਆ ਜੀ, ਕਿੱਥੇ ਪ੍ਰਵਾਨ ਕਰ ਲਿਆ ਜੀ? ਜੇ ਪ੍ਰਵਾਨ ਕੀਤਾ ਹੁੰਦਾ ਤਾਂ ਫਿਰ ਇੰਨੀ ਤਕਲੀਫ ਕਿੱਥੋਂ ਹੁੰਦੀ? ਠੀਕ ਹੈ, ਕਿਉਂਕਿ ਮੈਨੂੰ ਯਾਦ ਹੈ ਵੀ ਇੱਕ ਨਿੱਜੀ ਚੈਨਲ ਨੇ ਵੀ ਟਿੰਮੇ ਦੀ ਇੰਟਰਵਿਊ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਬੜੀਆਂ ਤਾਰੀਫਾਂ ਕੀਤੀਆਂ ਸੀ ਤੇ ਉਹਦੇ ਵਿੱਚ ਵੀ ਇਹ ਚੀਜ਼ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਹਰਮਿੰਦਰ ਸੰਧੂ ਕੌਮੀ ਸ਼ਹੀਦ, ਤੇ ਉਹਦੇ ਉੱਤੇ ਵੀ ਬੜੇ ਬਵਾਲ ਤੇ ਬੜੇ ਸਵਾਲ ਚੱਕੇ ਗਏ ਸੀ। ਈਵਨ ਕਿ ਮੇਰੀ ਆਪ ਭਗਵਾਨ ਸਿੰਘ ਦੇ ਨਾਲ ਜਿਹੜੇ ਕਾਰ ਸੇਵਾ ਵਾਲੇ ਸੀਗੇ ਉਹਨਾਂ ਦੇ ਨਾਲ ਮੇਰੀ ਪਰਸਨਲੀ ਗੱਲ ਹੋਈ ਸੀ ਫੋਨ ਦੇ ਉੱਤੇ, ਮੇਰੇ ਕੋਲ ਅੱਜ ਵੀ ਰਿਕਾਰਡਿੰਗ ਉਹ ਪਈ ਹੈ ਭਗਵਾਨ ਸਿੰਘ ਤੋਂ, ਜਦੋਂ ਮੈਂ ਇਹ ਸਵਾਲ ਪੁੱਛਿਆ ਸੀਗਾ ਕਿ ਉਸ ਵੇਲੇ ਦੇ ਮੌਜੂਦਾ ਅਗਰ ਪ੍ਰਧਾਨ ਮੰਤਰੀ ਸਿੱਧਾ ਕਾਲ ਹਰਮਿੰਦਰ ਸੰਧੂ ਨੂੰ ਕਰਦੇ ਨੇ ਜਾਂ ਉਹਨਾਂ ਦੀ ਗੱਲ ਹੁੰਦੀ ਹੈ ਜਾਂ ਵੀਪੀ ਸਿੰਘ ਦੀ ਸਿੱਧੀ ਗੱਲ ਹਰਮਿੰਦਰ ਸੰਧੂ ਨਾਲ ਹੁੰਦੀ ਹੈ, ਤਾਂ ਅਸੀਂ ਉਸ ਚੀਜ਼ ਨੂੰ ਕਿੱਦਾਂ ਇਹ ਮੰਨੀਏ ਕਿ ਇੱਕ ਪਾਸੇ ਬੰਦਾ ਖਾੜਕੂ ਸੰਘਰਸ਼ 'ਚ ਹੈ ਤੇ ਦੂਜੇ ਪਾਸੇ ਸਰਕਾਰ ਦੇ ਨਾਲ ਸਿੱਧਾ ਤਾਲਮੇਲ 'ਚ ਹੈ, ਉਹ ਵੀ ਜਿਹੜਾ ਰਾਜ ਭਾਗ ਚਲਾ ਰਿਹਾ ਹੈ ਪੂਰੇ ਭਾਰਤ ਦਾ। ਤਾਂ ਫਿਰ ਉਸ ਨੂੰ ਅਸੀਂ ਮਤਲਬ ਆਪਣਾ ਕੌਮੀ ਯੋਧਾ ਮੰਨੀਏ ਜਾਂ ਕੌਮ ਦਾ ਗੱਦਾਰ ਮੰਨੀਏ? ਇਹਦੇ ਸਵਾਲ ਮੈਂ ਇਹ ਸਵਾਲ ਉਹਨਾਂ ਨੂੰ ਪੁੱਛੇ ਸੀ, ਪਰ ਮੇਰੇ ਕੋਲ ਅੱਜ ਵੀ ਰਿਕਾਰਡਿੰਗ ਪਈ ਹੈ, ਉਹ ਉਹਨਾਂ ਕੋਲ ਕੋਈ ਸੈਟੀਸਫਾਈਡ ਆਨਸਰ ਨਹੀਂ ਸੀ। ਇਸ ਕਾਰਨ ਕਰਕੇ ਕਾਲ ਆਉਂਦੀ ਸੀ ਤੇ ਟਿੰਮਾ ਸਾਹਿਬ ਆਪ ਮੰਨੇ ਨੇ ਵੀ ਬੀਪੀ ਸਿੰਘ ਦੀਆਂ ਕਾਲਸ ਆਉਂਦੀਆਂ ਸੀਗੀਆਂ ਹਰਮਿੰਦਰ ਸੰਧੂ ਨੂੰ, ਪਰ ਜਵਾਬ ਉਹਨਾਂ ਕੋਲ ਵੀ ਨਹੀਂ ਹੈ ਕਿਉਂ ਆਉਂਦੀਆਂ ਸੀਗੀਆਂ। ਹੁਣ ਮੈਨੂੰ ਦੱਸੋ, ਮੈਨੂੰ ਤੁਹਾਨੂੰ ਮੋਦੀ ਕਿੰਨਾ ਵੀ ਕਾਲ ਕਰ ਲੈਂਦਾ ਹੈ, ਅਮਿਤ ਸ਼ਾਹ ਕਿੰਨੀ ਕਾਲ ਤੁਹਾਨੂੰ ਕਰ ਲੈਂਦਾ ਹੈ? ਦੇਖੋ, ਜਿਨ੍ਹਾਂ ਨੇ ਪੰਜਾਬ ਦੇ ਸੰਘਰਸ਼ ਨੂੰ, ਜਿਨ੍ਹਾਂ ਨੇ ਲੀਹੋਂ ਲਾਉਣਾ ਸੀਗਾ ਸਰਕਾਰ ਨੇ, ਉਹ ਸਾਰੇ ਹਥਕੰਡੇ ਵਰਤੀਆਂ ਜੀ। ਉਹਨਾਂ ਨੇ ਤੁਹਾਡੇ ਜਿਹੜੇ ਜਿਨ੍ਹਾਂ ਦੀ ਪ੍ਰਵਾਨਗੀ ਹੈ ਕੌਮ ਦੇ ਵਿੱਚ ਨਾ, ਉਹਨਾਂ ਨੇ ਨਾਲ ਸਭ ਕੁਝ ਕਰਨਾ, ਉਹਨਾਂ ਨੂੰ ਪਾਲਣਾ ਵੀ ਕਰਨਗੇ, ਉਹਨਾਂ ਨੂੰ ਲਾਲਚ ਵੀ ਦੇਣਗੇ। ਜੇ ਕੋਈ ਲਾਲਚ ਆ ਗਿਆ ਠੀਕ ਹੈ, ਹੋ ਜਾਏਗਾ ਕੰਮ ਉਹਨਾਂ ਦਾ। ਬਿਲਕੁਲ। ਸੰਧੂ ਦਾ ਚੈਪਟਰ ਉਹਦੇ ਕਤਲ ਤੋਂ ਬਾਅਦ ਉਹਨੂੰ ਸਿੱਖ ਮਾਨਸਿਕਤਾ ਵਿੱਚ ਦੇ ਵੱਡੇ ਹਿੱਸੇ ਨੇ ਉਹਨੂੰ ਸ਼ਹੀਦ ਮੰਨਿਆ ਸੀਗਾ ਜੀ। ਠੀਕ ਹੈ, ਪਰ ਜਦੋਂ ਹੁਣ 30 ਸਾਲ ਬਾਅਦ ਉਹਦੇ ਵਾਰਿਸ ਜਦੋਂ ਉੱਠੇ ਨਾ, ਇਹ ਰੋਸ਼ਨ ਦਿਮਾਗ ਜੀ, ਉਦੋਂ ਉਹਦੀ ਗਰੀਬ ਦੀ ਮਿੱਟੀ ਪੱਟੀ। ਬਿਲਕੁਲ, ਕਿਤੇ ਨਾ ਕਿਤੇ ਇਹੀ ਗੱਲ ਜਿਹੜੀ ਹੈਗੀ ਹੈ ਡਾਇਰੈਕਟ ਵੇ ਇਨਡਾਇਰੈਕਟ ਵੇ ਬਾਪੂ ਅਜਮੇਰ ਸਿੰਘ ਨੇ ਵੀ ਕਹੀ ਸੀ ਜਦੋਂ ਇਹ ਇੰਟਰਵਿਊ ਚੱਲੀ ਹੈ ਇੱਕ ਨਿੱਜੀ ਚੈਨਲ ਦੇ ਉੱਤੇ ਤੇ ਟਿੰਮੇ ਦੀ, ਤੇ ਉਸ ਤੋਂ ਬਾਅਦ ਲੋਕਾਂ ਨੇ ਜਦੋਂ ਸਵਾਲ ਚੱਕਣੇ ਸ਼ੁਰੂ ਕੀਤੇ ਤੇ ਸਵਾਲ ਓਬਵੀਅਸ ਹੈ ਵੀ ਖਾੜਕੂ ਸੰਘਰਸ਼ ਉੱਤੇ ਵੀ ਸਵਾਲ ਉਦੋਂ ਉੱਠੇ ਵੀ ਖਾੜਕੂਆਂ ਨੇ ਕਿਉਂ ਨਜਾਇਜ਼ ਕਿਸੇ ਦਾ ਪੁੱਤ ਮਾਰਿਆ। ਤਾਂ ਫਿਰ ਅਜਮੇਰ ਸਿੰਘ ਜੀ ਨੇ ਇਹ ਜਵਾਬ ਦਿੱਤਾ ਸੀ ਵੀ ਜਿਹੜੇ ਉਹਨਾਂ ਲਹਿਰਾਂ ਦੇ ਵਿੱਚ ਰਹੇ ਨਹੀਂ, ਜਿਹਨਾਂ ਦਾ ਕੋਈ ਮਤਲਬ ਹੀ ਨਹੀਂ, ਉਹ 2% ਦੀ ਜ਼ਹਿਨੀਅਤ ਰੱਖਣ ਵਾਲੇ ਆ ਕੇ ਕਿੱਥੋਂ ਆਪਣਾ ਵਿਊ ਪੁਆਇੰਟ ਦੇ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ। ਕਿਉਂਕਿ ਬੋਲਣਾ ਹੁੰਦਾ ਤਾਂ ਉਸ ਲਹਿਰ ਦੇ ਨਾਲ ਜੁੜੇ ਹੋਏ ਭਾਈ ਬਿੱਟੂ ਜੀ ਵੀ, ਦਲਜੀਤ ਸਿੰਘ ਬਿੱਟੂ ਵੀ ਬੋਲ ਸਕਦੇ ਸੀ। ਉਹਨਾਂ ਨੇ ਕਦੀ ਇਸ 'ਤੇ ਮਤਲਬ ਉਹ ਮੈਨੂੰ ਨਹੀਂ ਲੱਗਦਾ ਜ਼ਿੰਦਗੀ ਭਰ ਵੀ ਕਦੀ ਉਹ ਇਸ ਦੇ ਉੱਤੇ ਕਦੀ ਆਪਣਾ ਪ੍ਰਤੀਕਰਮ ਦੇਣਗੇ, ਕਿਉਂਕਿ ਸੰਘਰਸ਼ਾਂ ਦੇ ਵਿੱਚ ਬਹੁਤ ਚੀਜ਼ਾਂ ਉੱਤੇ ਨੀਚੇ ਹੁੰਦੀਆਂ ਨੇ ਤੇ ਜਿਹਨਾਂ ਤੇ ਮਿੱਟੀ ਪਈ ਆ ਉਹਨਾਂ ਤੇ ਪਈ ਰਹਿਣ ਦਿਓ ਤਾਂ ਚੰਗਾ ਹੈ। ਅਗਰ ਅਸੀਂ ਮਿੱਟੀ ਪੱਟਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਅਸੀਂ ਕਿਸੇ ਨਾ ਕਿਸੇ ਦੀ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹੀ ਹੋਇਆ ਜੀ, ਉਹੀ ਹੋਇਆ। ਮੈਂ ਉਹੀ ਕਹਿੰਦਾ ਨਾ, ਉਹਦੇ ਨਾਲ ਵਿਚਾਰੇ ਨਾਲ ਉਹੀ ਹੋਇਆ, ਉਹਦੀ ਮਿੱਟੀ ਪਲੀਤ ਕੀਤੀ ਇਹਨਾਂ ਨੇ, ਵਾਰਸਾਂ ਨੇ। ਹੁਣ ਮੈਂ ਤੁਹਾਨੂੰ ਇੱਕ ਹੋਰ ਘਟਨਾ ਸੁਣਾਉਣਾ ਜੀ। ਜਦੋਂ ਇਹਨਾਂ ਦੀ ਤੂਤੀ ਬੋਲਦੀ ਸੀ ਪੰਜਾਬ 'ਚ, ਇਹਨਾਂ ਨੂੰ ਜਦੋਂ ਇਹਨਾਂ ਨੇ ਉਹਨੂੰ ਚਾਬੀਆਂ ਦਿੱਤੀਆਂ ਤੇ ਇਹ ਤੀਜੇ ਦਿਨ ਚਾਬੀਆਂ ਡੀਸੀ ਦੇ ਪੈਰਾਂ 'ਚ ਸੁੱਟ ਕੇ ਭੱਜ ਗਿਆ, ਉਹਨਾਂ ਦੇ ਪਿੱਛੇ ਖੜ ਗਿਆ, ਜਾ ਕੇ ਉਹਨਾਂ ਨਾਲ ਹੀ ਰਲ ਗਿਆ, ਸਰਕਾਰ ਨਾਲ ਹੀ ਰਲ ਗਿਆ।
ਤੇ ਫਿਰ ਇਹਨਾਂ ਨੇ ਇੱਕ ਹੋਰ ਕੋਸ਼ਿਸ਼ ਕੀਤੀ ਜੀ। ਫਿਰ ਉਹ ਜਿਹੜੇ ਸਰਕਾਰ ਨਾਲ ਰਲ ਕੇ 15 ਮੈਂਬਰੀ ਕਮੇਟੀ ਬਣੀ, ਇਹ ਸਹਿਮਤੀ ਨਾਲ ਕਿ ਇਹ 3 ਸਾਲਾਂ ਦੇ ਵਿੱਚ ਸੰਵਿਧਾਨ ਬਣਾ ਦੂਗੀ ਤੇ ਚੋਣਾਂ ਕਰਵਾ ਦੂ ਜੀ, ਕਿਉਂਕਿ ਅਸੀਂ ਲੜ ਰਹੇ ਸੀਗੇ ਖਿਲਾਫ ਟਰਸਟੀਆਂ ਦੇ। ਜੀ। ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੈ ਵੀ ਜਿਹੜੇ ਪਿਤਾ ਪੁਰਖੀ ਟਰਸਟ ਉਹ ਭੰਗ ਕੀਤੇ ਗਏ ਤੇ ਹੁਣ ਲੋਕਾਂ ਦੇ ਵਿੱਚੋਂ ਕਮੇਟੀਆਂ ਚੁਣ ਕੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਗੀਆਂ ਤੇ ਅਸੀਂ ਉਸ ਹੁਕਮਨਾਮੇ ਦੇ ਅਕੋਰਡਿੰਗ ਲੜ ਰਹੇ ਸੀ ਜੀ। ਤੇ ਅਸੀਂ ਉਹ ਟਰਸਟੀਆਂ ਨੂੰ ਪੰਚਾਂ ਛੇਕਣ ਤੋਂ ਬਾਅਦ ਵਿਹਲਾ ਕਰਾ ਲਿਆ ਬੁੱਢਾ ਜੋੜ। ਤੇ ਕਮੇਟੀ ਸਰਕਾਰ ਨੇ ਬਣਾਤੀ ਤੇ ਸਾਨੂੰ ਇਹ ਕਹਿ ਕੇ ਵੀ 3 ਸਾਲਾਂ ਦੇ ਵਿੱਚ ਵੀ ਇਹ ਕਮੇਟੀ ਜਿਹੜੀ ਹੈ ਚੋਣ ਕਰਵਾ ਦੂਗੀ, ਸਾਡੀਆਂ ਸਾਰੀਆਂ ਮੰਗਾਂ ਪੂਰੀ ਕਰ ਦੂ ਕਮੇਟੀ ਜੀ। ਤੇ ਟਰਸਟ ਭੰਗ ਹੋ ਗਿਆ ਜੀ। ਇਹਨਾਂ ਨੇ ਫਿਰ ਉਹਨਾਂ ਨੇ ਉਹ ਜਿਹੜੀ ਸਰਕਾਰ ਨੇ ਕਮੇਟੀ ਬਣਾਈ ਉਹਨਾਂ ਨੇ ਫੇਰ ਟਰਸਟ ਬਣਾ ਲਿਆ ਜੀ। ਇਹਨਾਂ ਨੇ ਫੇਰ ਟਰਸਟ ਨਾਲ ਸੌਦਾ ਕਰ ਲਿਆ। ਓਕੇ। ਇਹਨਾਂ ਨੇ ਟਰਸਟ ਨਾਲ ਸੌਦਾ ਕਰਕੇ ਇਸ ਰੋਸ਼ਨ ਦਿਮਾਗ ਨੂੰ ਗੁਰੂ ਦੀ ਗੋਲਕ ਦੇ ਵਿੱਚੋਂ 18% ਹਿੱਸਾ ਦੇਣਾ ਤੈਅ ਕਰਕੇ ਉਸ ਟਰਸਟ ਨੂੰ ਮਾਨਤਾ ਦੇ ਵੱਡਾ ਜੜ ਦੇ। ਓਕੇ। ਰਿਕਾਰਡ ਤੇ ਪਈਆਂ ਜੀ ਚੀਜ਼ਾਂ, ਚਿੱਠੀਆਂ ਪਈਆਂ ਸਾਡੇ ਕੋਲੇ। ਨਹੀਂ, ਗੁਰੂ ਦੀ ਗੋਲਕ ਚੋਂ 18% ਮਤਲਬ ਹਰਮਿੰਦਰ ਸੰਧੂ ਨੂੰ ਦੇਣ ਦਾ ਮਤਲਬ ਇਹ ਕਿਹਦਾ ਪਲਾਨ ਕੀ ਕਿਸ ਤਰੀਕੇ ਨਾਲ? ਹਰਮਿੰਦਰ ਸੰਧੂ ਨਹੀਂ, ਇਹਨੂੰ ਰੋਸ਼ਨ ਦਿਮਾਗ ਨੂੰ। ਅੱਛਾ, ਟਿੰਮੇ ਨੂੰ। ਓਕੇ ਓਕੇ। ਸਾਨੂੰ ਤਾਂ ਮੰਦਬੁੱਧੀ ਕਹਿੰਦੇ ਨੇ, ਇਹੀ ਹੈ ਰੋਸ਼ਨ ਦਿਮਾਗ ਅੱਜ ਕੱਲ। ਉਸ ਰੋਸ਼ਨ ਨਹੀਂ, ਮੇਰੇ ਦਿਮਾਗ 'ਚ ਇਹਨਾਂ ਨੇ ਰੋਸ਼ਨ ਦਿਮਾਗ ਕਿਤਾਬ ਵੀ ਲਾਂਚ ਕੀਤੀ ਹੈ ਨਾ, ਹਰਮਿੰਦਰ ਸਿੰਘ ਸੰਧੂ ਰੋਸ਼ਨ ਦਿਮਾਗ। ਮੈਂ ਕਿਹਾ ਵੀ ਉਹਦੀ ਆੜ ਚ ਹੁਣ ਇਹ ਰੋਸ਼ਨ ਦਿਮਾਗ ਹੈ ਨਾ ਫਿਰ। ਜੀ ਜੀ, ਬਿਲਕੁਲ। ਰਾਜਸਥਾਨ ਦਾ ਇਹ ਰੋਸ਼ਨ ਦਿਮਾਗ ਹੈ ਜਿਹਨੂੰ ਅਕਾਲ ਤਖਤ ਦੇ ਜਥੇਦਾਰ ਨੇ ਉਸ ਟਰਸਟ ਭੰਗ ਹੋਏ ਟਰਸਟ ਦੇ ਥਾਂ ਤੇ ਇਹਨਾਂ ਨੇ ਦੁਬਾਰਾ ਟਰਸਟ ਬਣਾ ਕੇ ਹੁਕਮਨਾਮੇ ਦੀ ਉਲੰਘਣਾ ਕੀਤੀ। ਉਸ ਟਰਸਟੀਆਂ ਨੂੰ ਮਾਨਤਾ ਦੇਣ ਵਾਸਤੇ ਉਹਨਾਂ ਤੇ ਸ਼ਰਤ ਰੱਖੀ ਵੀ ਤੁਸੀਂ ਗੋਲਕ ਚੋਂ 18% ਹਿੱਸਾ ਟਿੰਮੇ ਨੂੰ ਦਿਓ। ਲਿਖਿਆ ਹੈ ਰਿਕਾਰਡ ਤੇ, ਚਿੱਠੀ ਹੈ ਸਾਡੇ ਕੋਲ। ਇਹ ਮੈਨੂੰ ਕਿਰਪਾ ਕਰਕੇ ਤੁਹਾਡੇ ਕੋਲ ਰਿਕਾਰਡ ਹੈਗਾ, ਮੈਨੂੰ ਇਹ ਵੀ ਪ੍ਰੂਫ ਸਾਰੇ ਮੈਨੂੰ ਭੇਜਣਾ, ਕਿਉਂਕਿ ਇਹ ਛੋਟੀਆਂ ਚੀਜ਼ਾਂ ਨਹੀਂ ਹੈਗੀਆਂ। ਗੁਰੂ ਘਰ ਦੀ ਗੋਲਕ ਦੇ ਵਿੱਚੋਂ ਅਸੀਂ 1 ਰੁਪਈਆ ਵੀ ਆਪਣੇ ਨਿੱਜੀ ਮੁਫਾਦ ਵਾਸਤੇ ਨਹੀਂ ਵਰਤਦੇ, ਕੋਈ ਵੀ ਨਹੀਂ ਵਰਤਦਾ। ਗਰੀਬ ਤੋਂ ਗਰੀਬ ਦਿਹਾੜੀ ਕਰਨ ਵਾਲਾ ਨਹੀਂ ਵਰਤਦਾ। ਗੱਲ ਕਰਦੇ ਹੋ ਜੀ, ਇਹਨੂੰ ਤਾਂ 20 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਨੂੰ ਲੁੱਟਦੇ ਨੂੰ। ਔਰ ਜਦੋਂ ਸਰਨਾ ਸਾਹਿਬ ਦਿੱਲੀ 'ਚ ਸੀਗੇ ਉਹਨਾਂ ਨੂੰ ਵੀ ਇਹ ਲੁੱਟਦਾ ਰਿਹਾ ਕਮੇਟੀਆਂ 'ਚੋਂ। 5 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਨੇ ਇਹਨੂੰ ਉੱਥੇ ਜਿਹੜਾ ਸੱਚੇ ਸੌਦੇ ਵਾਲੇ ਨਾਲ ਸਿੰਘਾਂ ਦਾ ਟਕਰਾਅ ਹੋਇਆ ਸੀਗਾ ਜੀ, ਇਹਨੇ ਉੱਥੇ ਕਿਹਾ ਵੀ ਅਸੀਂ ਇੱਥੇ ਟੱਕਰ ਸਾਹਿਬ ਗੁਰਦੁਆਰਾ ਬਣਾਉਣਾ ਜੀ। ਕਿਹੜੀ ਜਗ੍ਹਾ ਦੀ ਘਟਨਾ ਹੈ? 5 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ ਦਿੱਤਾ ਟੱਕਰ ਸਾਹਿਬ ਗੁਰਦੁਆਰਾ ਬਣਾਉਣਾ। ਕਿਹੜੀ ਜਗ੍ਹਾ ਦੀ ਘਟਨਾ ਇਹ ਰਾਜਸਥਾਨ ਜੀ, ਜਿੱਥੇ ਉਹ ਸੱਚੇ ਸੌਦੇ ਵਾਲੇ ਦਾ ਡੇਰਾ। ਜੀ ਜੀ ਜੀ। ਉੱਥੇ ਵੀ ਇਹ ਸਾਹਮਣੇ ਗੁਰਦੁਆਰਾ ਬਣਾਇਆ ਜਾਊਗਾ ਟੱਕਰ ਸਾਹਿਬ, ਜਿੱਥੇ ਟਕਰਾਅ ਹੋਇਆ ਸਿੱਖਾਂ ਦਾ ਸੱਚੇ ਸੌਦੇ ਵਾਲੇ। ਜੀ। ਨਹੀਂ, ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਅਜਿਹੇ, ਮੈਂ ਹੁਣ ਮਾਫ਼ ਕਰਨਾ ਮੈਂ ਸ਼ਬਦ ਇਹ ਵਰਤਣ ਲੱਗਿਆ ਵੀ ਅਜਿਹੇ ਮਸੰਦ ਜਿੱਦਾਂ ਤੁਸੀਂ ਕਹਿ ਰਹੇ ਹੋ, ਤੇ ਫਿਰ ਇਹ ਤਾਂ ਸਾਡੇ ਕੌਮ ਦੇ ਵਿੱਚ ਮਸੰਦਾਂ ਨਾਲੋਂ ਘੱਟ ਨਹੀਂ ਆ ਜਿਹੜੇ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵਾਸਤੇ ਲੱਗਿਆ। ਜਿੱਦਾਂ ਮੈਂ SGPC ਦੇ ਪੋਤੜੇ ਫੋਲ ਰਿਹਾ ਹਾਂ, SGPC ਨੇ ਜੋ ਹੁਣ ਤੱਕ ਕਰਤੂਤਾਂ ਕੀਤੀਆਂ ਜੱਗ ਜ਼ਾਹਿਰ ਨੇ। ਬੇਸ਼ੱਕ 295 ਉਹਨਾਂ ਨੇ ਕਰਤੀ ਮੇਰੇ ਤੇ, ਨੋ ਇਸ਼ੂਜ਼। ਪਰ ਅਜਿਹੇ ਲੋਕ ਜਿਹੜੇ ਕੌਮ ਨੂੰ ਦੀਮਕ ਵਾਂਗ ਅੱਜ ਤੱਕ ਚੱਟਦੇ ਆਏ ਨੇ, ਖਾਂਦੇ ਆਏ ਨੇ, ਉਹਨਾਂ ਨੂੰ ਹੀ ਇਹ ਕਿਉਂ ਪ੍ਰਮੋਸ਼ਨਾਂ ਦੇ ਕੇ ਪ੍ਰਮੋਟ ਕਰਦੇ ਨੇ? ਤੇ ਸੰਗਤ ਕਿਉਂ ਚੁੱਪ ਆ? ਸੰਗਤ ਕਿਉਂ ਨਹੀਂ ਬੋਲਦੀ? ਦੇਖੋ ਦੁਖਾਂਤ ਸਾਡਾ ਇਹ ਆ ਵੀ ਜਿਨ੍ਹਾਂ ਨੇ ਸੰਗਤ ਨੂੰ ਅਗਵਾਈ ਦੇਣੀ ਹੈ ਨਾ, ਉਹ ਆਪਣੇ ਤੋਂ ਅੱਗੇ ਸੋਚ ਹੀ ਨਹੀਂ ਰਹੇ, ਉਹ ਨਿੱਜ ਤੋਂ ਅੱਗੇ ਨਹੀਂ ਵੱਧ ਰਹੇ। ਹੁਣ ਜਸਦਾ ਰਣਜੀਤ ਸਿੰਘ ਹੈ ਜੀ, ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣ ਵਾਸਤੇ ਕਿੰਨਾ ਚਿਰ ਹੋ ਗਿਆ ਉਹਨੂੰ ਲੜਦੇ ਨੇ। ਜੀ ਬਿਲਕੁਲ, 99 ਤੋਂ ਬਾਅਦ ਹੀ ਲਾ ਲੈਣੇ ਆਪਾਂ। ਕਿਉਂ ਨਹੀਂ ਲੋਕ ਤੁਰੇ ਉਹਦੇ ਨਾਲ? ਕਿਉਂ ਬਲਦੇਵ ਸਿੰਘ ਅੱਡ ਆਪਦੀ ਡਫਰੀ ਵਜਾਈ ਜਾਂਦਾ? ਕਿਉਂ ਰਣਜੀਤ ਸਿੰਘ ਆਪਦੀ ਡਫਰੀ ਅੱਡ ਵਜਾਈ ਜਾਂਦਾ? ਜੀ। ਕਿਉਂ ਬਾਕੀ ਦੇ ਲੋਕ ਆਪਦੀ ਅੱਡ ਡਫਰੀ ਵਜਾਈ ਜਾਂਦੇ? ਇਕੱਠੇ ਕਿਉਂ ਨਹੀਂ ਹੁੰਦੇ? ਜੇ ਇਹਨਾਂ ਦਾ ਟੀਚਾ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਹੋਵੇ ਜੀ, ਜਾਂ ਸ਼੍ਰੋਮਣੀ ਇਹ ਕਾਬਜ਼ ਧੜੇ ਤੋਂ ਸ਼੍ਰੋਮਣੀ ਆਜ਼ਾਦ ਕਰਾਉਣੀ ਹੋਵੇ, ਤੇ ਫਿਰ ਇਹ ਤਾਂ ਸਿਰਫ ਆਪਣੀਆਂ ਤੋਰੀ ਫੁਲਕੇ ਚਲਾਉਣੇ ਆ। ਕਿਸੇ ਦਾ ਟੀਚਾ ਨਹੀਂ ਗਾ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣ। ਨਹੀਂ, ਉਹ ਤਾਂ ਮੈਂ ਜਿਹੜੇ ਤੁਸੀਂ ਮਸੰਦਾਂ ਦੀ ਗੱਲ ਕਰਦੇ ਆ ਨਾ ਜੀ, ਉਦੋਂ ਦੇ ਗੁਰੂ ਸਾਹਿਬ ਆਪ ਸਮਰੱਥੀ ਉਹਨਾਂ ਨੇ ਤਲ ਤੇ ਕਢਾਇਆ ਜੀ। ਬਿਲਕੁਲ। ਹੁਣ ਇਹਨਾਂ ਮਸੰਦਾਂ ਨੂੰ ਜੇ ਇਹਨਾਂ ਮਸੰਦਾਂ ਨੂੰ ਉੱਥੇ ਕੱਢਣਾ ਤੇ ਕੋਈ ਜਥੇਦਾਰ ਕਰਤਾਰ ਸਿੰਘ ਝੱਬਰ ਜਾਂ ਤੇਜਾ ਸਿੰਘ ਪੁੱਤਰ ਵਰਗੇ ਜਥੇਦਾਰ ਸਾਡੇ ਕੋਲ ਆਉਣ ਤੇ ਤਾਂ ਹੀ ਹੋਏ ਨਾ ਜੀ, ਤਾਂ ਹੀ ਅਸੀਂ ਇਹਨਾਂ ਨੂੰ ਗੁਰਦੁਆਰੇ ਚੋਂ ਬਾਹਰ ਕੱਢ ਸਕੀਏ ਨਾ। ਮੈਂ ਕੱਲ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਕਿਸੇ ਨੇ ਨਹੀਂ ਕਰਾਉਣੀ, ਇਹ ਉੱਠਦਾ ਬੋਲ ਐਵੇਂ ਹੀ ਲਟਕਦਾ ਰਹੂਗਾ। ਸਿੱਖਾਂ ਨੂੰ ਆਖਿਰ ਭਾਵੇਂ ਅੱਜ ਕਰ ਲੈਣ, ਭਾਵੇਂ ਸਾਲ ਬਾਅਦ ਕਰ ਲੈਣ, ਭਾਵੇਂ 2 ਸਾਲਾਂ ਬਾਅਦ ਕਰ ਲੈਣ ਜੀ, ਸਿੱਖਾਂ ਨੂੰ ਇਹਨਾਂ ਨੂੰ ਉਸੇ ਤਰ੍ਹਾਂ ਜਿਵੇਂ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲਾਂ ਮਹੰਤਾਂ ਨੂੰ ਗੁਰਦੁਆਰਾ ਚ ਕੱਢਿਆ ਗਿਆ ਜੀ, ਉਵੇਂ ਹੀ ਇਹਨਾਂ ਨੂੰ ਚਿੱਤਰ ਫੇਰ ਕੇ ਕੱਢਣੇ ਪੈਣ।
ਛਿੱਤਰ ਫੇਰੇ ਬਿਨਾਂ ਇਹ ਨਹੀਂ ਛੱਡਣੇ ਕੁਰਸੀਆਂ, ਇਹ ਪੱਕੇ ਜੰਮ ਗਏ ਆ ਕੁਰਸੀਆਂ ਤੇ ਕਬਜ਼ੇ ਲੱਗ ਗਏ ਇਹਨਾਂ ਨੂੰ। ਕਿਉਂ ਜਾਣਗੇ ਜੀ? ਜਿਨ੍ਹਾਂ ਦੇ ਸਿਰ ਤੇ ਅਮਿਤ ਸ਼ਾਹ ਦੀ ਛਾਪੀ ਹੋਵੇ, ਜਿਨ੍ਹਾਂ ਨੂੰ ਉਹ ਸਾਨੂੰ ਕੀ ਸਮਝਦੇ ਆ ਜੀ? ਬਿਲਕੁਲ। ਦੇਖੋ, ਮੈਂ ਆਪਣੇ ਹਰ ਪ੍ਰੋਗਰਾਮ ਦੇ ਵਿੱਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਹੋ ਗਏ, ਭਾਈ ਬਲਦੇਵ ਸਿੰਘ ਵਡਾਲਾ ਹੋ ਗਏ, ਅਤੇ ਈਵਨ ਭਾਈ ਬਲਦੇਵ ਸਿੰਘ ਸਿਰਸਾ ਹੋ ਗਏ, ਜਾਂ ਫਿਰ ਮਾਨ ਦਲ ਹੋ ਗਏ, ਜਿਹੜੇ ਵੀ ਚੋਣਾਂ ਲੜਨ ਵਾਸਤੇ ਅੱਗੇ ਤਿਆਰ ਬੈਠੇ ਨੇ ਕਿ SGPC ਦੀਆਂ ਚੋਣਾਂ ਲੜਨੀਆਂ ਨੇ, ਮੈਂ ਬੜੀ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਕੀਤੀ ਹੈ ਵੀ ਇੱਕ ਝੰਡਾ ਇੱਕ ਡੰਡਾ ਕਰੋ। ਈਵਨ ਮੈਂ NRI ਸੰਗਤ ਨੂੰ ਵੀ ਬੇਨਤੀ ਕੀਤੀ ਹੈ ਵੀ ਜਿਹੜਾ ਵੀ ਇਹ ਆਪਣੀ ਹਉਮੈ ਦੇ ਵਿੱਚ ਆ ਕੇ ਵੀ ਨਹੀਂ ਭਾਈ ਮੇਰਾ ਹੀ ਡੰਡਾ ਮਜ਼ਬੂਤ ਅਤੇ ਮੇਰਾ ਹੀ ਝੰਡਾ ਮਜ਼ਬੂਤ, ਇਟ ਮੀਨਸ ਉਹ ਫਿਰ ਸਾਡੇ ਦੁਸ਼ਮਣੀ ਨੇ, ਕਿਉਂਕਿ ਉਹਨਾਂ ਨੇ ਉਹੀ ਪਾੜੋ ਅਤੇ ਰਾਜ ਕਰੋ ਵਾਲੀ ਰਾਜਨੀਤੀ ਦੇ ਹਿੱਸੇਦਾਰ ਉਹ ਬਣੇ ਆ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ, ਵੀ ਅਸੀਂ ਵੋਟਾਂ ਇੱਕ ਥਾਂ 'ਤੇ ਇਕੱਠੀਆਂ ਸੰਗਤ ਦੀਆਂ ਭੁਗਤਣੀ ਨਹੀਂ ਦੇਣੀਆਂ। ਜਿਹੜੀ ਧਿਰ ਕਾਬਜ਼ ਹੈ ਉਹਨੂੰ ਕਾਬਜ਼ ਰੱਖਣਾ, ਵੀ ਅਸੀਂ ਚਾਰ ਧੜੇ ਬਣਾ ਕੇ ਜਿਹੜੀ ਸਿੱਧੀ ਸਾਦੀ ਸਿੱਖ ਸੰਗਤ ਜਿਹੜੀ ਚਾਹੁੰਦੀ ਹੈ ਵੀ ਮਤਲਬ ਅਕਾਲ ਤਖਤ ਆਜ਼ਾਦ ਹੋਵੇ, ਜਿਹੜੀ ਚਾਹੁੰਦੀ ਹੈ SGPC ਆਜ਼ਾਦ ਹੋਵੇ, ਉਹਨਾਂ ਦੀਆਂ ਵੋਟਾਂ ਅਸੀਂ ਪਾੜ ਦੇਣੀਆਂ ਨੇ, ਅਤੇ ਜਿਹੜੀਆਂ ਵੱਜੀਆਂ ਵੋਟਾਂ ਉਹਨਾਂ ਦੀਆਂ ਹੈਗੀਆਂ ਨੇ ਅਕਾਲੀਆਂ ਦੀਆਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਫਿਰ ਤੋਂ ਬਾਦਲਾਂ ਦੇ ਹੱਕ ਦੇ ਵਿੱਚ ਭੁਗਤ ਜਾਣ ਅਤੇ ਉਹ ਮੁੜ ਜਿੱਤ ਜਾਣ। ਹਮੇਸ਼ਾ ਇਹੀ ਹੁੰਦਾ ਆਇਆ ਹੈ। ਮੈਂ ਤਾਂ ਜਦੋਂ ਦੀ ਹੋਸ਼ ਸਾਂਭੀ ਹੈ ਉਦੋਂ ਦੀ ਮੈਂ ਤਾਂ ਇਹੀ ਚੀਜ਼ ਹੁੰਦੀ ਦੇਖ ਰਿਹਾ ਹਾਂ। ਅਤੇ ਹੁਣ ਮੌਕਾ ਹੈਗਾ ਆ ਵੀ ਅਗਰ ਅਸੀਂ ਸਾਰੇ ਆਪਣੀਆਂ ਰੰਜਿਸ਼ਾਂ ਮਤਲਬ ਮਿਸਲਾਂ ਵਾਲਾ ਅਗਰ ਕਿਰਦਾਰ ਅਸੀਂ ਅਪਣਾ ਲਈਏ, ਮਿਸਲਾਂ ਵਾਂਗੂ ਲੱਗਦਾ ਹੈ ਸਨੀ ਸਾਹਿਬ ਜੀ ਵੀ ਮੱਸੇ ਰੰਗੜ ਦਾ ਸਿਰ ਵੱਢਣ ਵਾਸਤੇ ਵੀ ਰਾਜਸਥਾਨ ਨੂੰ ਸਿੱਖ ਆਏ ਸੀ ਜੀ, ਤੇ ਹੁਣ ਇਹਨਾਂ ਰੰਗੜਾਂ ਨੂੰ ਉੱਥੋਂ ਕੱਢਣ ਲਈ ਵੀ ਰਾਜਸਥਾਨ ਤੋਂ ਸਿੱਖਾਂ ਨੂੰ ਆਉਣਾ ਪਏ। ਕੋਈ ਗੱਲ ਨਹੀਂ ਜੀ, ਤਿਆਰੀ ਕਰੋ ਤੁਸੀਂ। ਮਤਲਬ ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹਰ ਕਾਰਜ ਕਰਾਂਗੇ। 101% ਗੁਰਦੁਆਰਾ ਸੁਧਾਰ ਲਹਿਰ, ਇੱਕ ਵਾਰ ਮੈਂ ਹਮੇਸ਼ਾ ਆਪਣੇ ਪ੍ਰੋਗਰਾਮ 'ਚ ਕਹਿੰਦਾ ਆ, ਸ਼ੁਰੂ ਕੀਤੀ ਹੈ ਅਤੇ ਇਹ ਸਿਖਰਾਂ 'ਤੇ ਚੜ੍ਹੇਗੀ। ਇਹ ਗੰਦ ਜਿਹੜਾ ਹੈਗਾ ਆ ਅਸੀਂ ਕੱਢਾਂਗੇ। ਮੈਨੂੰ ਵੀ ਬੜੇ ਜਾਣੇ ਦੇ ਸਵਾਲ ਆਏ ਨੇ, ਵਿਦੇਸ਼ਾਂ ਤੋਂ ਬੜੇ ਕਾਲ ਕਰ ਰਹੇ ਨੇ ਵੀ ਅਸੀਂ ਮਤਲਬ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਸਰਕਾਰਾਂ ਦੇ ਨਾਲ ਗੱਲ ਕਰ ਰਹੇ ਹਾਂ। ਹੁਣ ਅਮਰੀਕਾ ਹਰ ਤਰੀਕੇ ਦੇ ਨਾਲ ਅਮਰੀਕਾ ਆਪਣੀ ਸਿੱਖ ਫੌਜ ਤਿਆਰ ਕਰ ਰਿਹਾ ਆ, ਮਤਲਬ ਉਹਦੇ ਵਾਸਤੇ ਉਹਨਾਂ ਨੇ ਨਿਊਜ਼ਪੇਪਰਸ ਵਗੈਰਾ ਦੇ ਵਿੱਚ ਮਤਲਬ ਐਡਸ ਜਿਹੜੀਆਂ ਹੈਗੀਆਂ ਨੇ ਦੇਣ ਲੱਗ ਪਏ ਨੇ। ਠੀਕ ਹੈ, ਸਰੀ ਦੇ ਵਿੱਚ ਜਿਹੜਾ 1.25 ਲੱਖ ਲੋਕਾਂ ਨੇ ਖਾਲਿਸਤਾਨ ਦੇ ਹੱਕ ਵਿੱਚ ਰੈਫਰੈਂਡਮ ਕੀਤਾ ਹੈ ਜੀ, ਉਹ ਕੀ ਹੈ? ਮੈਂ ਉਹੀ ਚੀਜ਼ ਕਹਿ ਰਿਹਾ ਹਾਂ। ਹੁਣ ਵਿਦੇਸ਼ੀ ਤਾਕਤਾਂ ਜਿਹੜੀਆਂ ਹੈਗੀਆਂ ਨੇ, ਸੁਨੇਹਾ ਹੈ ਦੁਨੀਆ ਨੂੰ, ਸੁਨੇਹਾ ਹੈ ਕਿ ਅਸੀਂ ਗੁਲਾਮ ਵਾਲਾ ਹਿੰਦੁਸਤਾਨ। ਬਿਲਕੁਲ। ਹੁਣ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਸਿੰਘ ਸਾਹਿਬ, ਉਹਦੇ ਵਿੱਚ ਦੇਖੋ ਇਹੀ ਆ ਡਿਪਟੀ ਭਾਜੀ ਵੀ ਵਿਦੇਸ਼ੀ ਤਾਕਤਾਂ ਜਿਹੜੀਆਂ ਹੈਗੀਆਂ ਨੇ ਉਹ ਸਾਥ ਦੇਣ ਵਾਸਤੇ ਤਿਆਰ ਹੈ, ਪਰ ਇੱਧਰਲੇ ਪਾਸੇ ਕੋਈ ਅਜਿਹੀ ਧਿਰੀ ਨਹੀਂ ਹੈਗੀ ਪੰਜਾਬ ਦੇ ਵਿੱਚ ਜਿਹੜੀ ਆਪਣੀ ਬਾਂਹ ਫੜਾ ਸਕੇ ਵੀ ਹਾਂ ਤੁਹਾਡਾ ਸਾਥ ਅਸੀਂ ਦੇ ਰਹੇ ਹਾਂ ਜਾਂ ਸਾਡਾ ਸਾਥ ਤੁਸੀਂ ਦੇ ਰਹੇ ਹੋ। ਤਾਂ ਅਸੀਂ ਲੀਗਲ ਵੇ ਦੇ ਵਿੱਚ ਇੱਥੇ ਆਪਣੇ ਪੰਜਾਬ ਦੀ, ਪੰਜਾਬੀ ਸੂਬੇ ਦੀ ਜੰਗ ਤੁਹਾਡੇ ਨਾਲ, ਤੁਹਾਡੇ ਸਹਾਰੇ ਲੜ ਰਹੇ ਹਾਂ, ਲੜਾਂਗੇ। ਮੈਂ ਕਹਿੰਦਾ ਜੀ ਸਾਡੇ ਕੋਲੇ ਜਿੰਨੇ ਅਧਿਕਾਰ ਹੈਗੇ ਨੇ, ਜਿੰਨੇ ਸਾਨੂੰ ਇਹ ਸੰਵਿਧਾਨ ਦਿੰਦਾ, ਅਸੀਂ ਉਹਨੇ ਵੀ ਨਹੀਂ ਇਸਤੇਮਾਲ ਕਰ ਸਕਦੇ। ਇਸਤੇਮਾਲ ਕਰਨ ਵਾਸਤੇ ਸਾਨੂੰ ਕੋਈ ਥਾਂ ਦੇਵੇ ਤਾਂ ਹੀ ਹੈ ਨਾ, ਕਿਉਂਕਿ ਸਾਡੇ ਗੱਦਾਰਾਂ ਨੇ ਹੀ ਉਹ ਥਾਂ ਸਾਰੇ ਦੇ ਸਾਰੇ ਮਿੱਟੀ ਪਾ ਕੇ ਢੱਕੇ ਆ। ਉਹ ਮੱਲੀ ਹੋਈ ਹੈ ਥਾਂ। ਬਿਲਕੁਲ ਬਿਲਕੁਲ। ਜਿਹੜਾ ਉਸ ਥਾਂ ਨੂੰ ਥੋੜ੍ਹਾ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ, ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਦਾ, ਜਾਂ ਤਾਂ ਉਹਨੂੰ ਫਾਹਾ ਲਾ ਦਿੱਤਾ ਜਾਂਦਾ, ਜਾਂ ਜੇਲ੍ਹ 'ਚ ਸੁਟਾ ਦਿੱਤਾ ਜਾਂਦਾ, ਜਾਂ ਮਾਰ ਕੇ ਮੁਕਾ ਦਿੱਤਾ ਜਾਂਦਾ ਹੈ। ਇਹੀ ਇਹਨਾਂ ਕੋਲ। ਫਿਰ ਸੈਣੀ ਸਾਹਿਬ ਤੁਹਾਡੇ ਮਾਧਿਅਮ ਦਾ ਇੱਕ ਸਵਾਲ ਹੈ, ਫਿਰ ਉਹਨਾਂ ਨੂੰ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਦਸਤਾਰਾਂ ਦੀ ਪੰਡ ਸਿਰ ਤੇ ਬੰਦੀ ਔਰ ਉਹਨੂੰ ਚੜ੍ਹ ਜਾ ਬੇਟਾ ਸੂਲੀ ਕਹਿ ਕੇ ਉਹਨੂੰ ਸੂਲੀ ਚੜ੍ਹਾਤਾ ਜੀ, ਉਹ ਕਿੱਥੇ ਮਰੇ ਅੱਜ? ਉਹ ਕਿਉਂ ਨਹੀਂ ਆਉਂਦੇ ਉਹਨੂੰ ਬਾਹਰ ਕਢਾਉਣ ਵਾਸਤੇ? ਜੇ ਝੋਟਾ ਬਾਹਰ ਆ ਸਕਦਾ ਹੈ ਲੋਕਾਂ ਦੇ ਦਬਾਅ 'ਤੇ, ਅੰਮ੍ਰਿਤਪਾਲ ਦਾ ਸਾਹਮ ਤੋਂ ਕਿਉਂ ਨਹੀਂ ਆ ਸਕਦਾ? ਬਿਲਕੁਲ, ਇਹ ਸਵਾਲ ਇਹ ਵੀ ਕੰਮ ਹੁਣ ਸਾਨੂੰ ਹੀ ਕਰਨਾ ਪਊਗਾ। ਬਿਲਕੁਲ ਬਿਲਕੁਲ। ਸਿੱਖ ਸੰਗਤ ਦੀ ਕਚਹਿਰੀ 'ਚ ਇਹ ਵੀ ਸਵਾਲ ਹੈ, ਇਹਦਾ ਜਵਾਬ ਸਿੱਖ ਸੰਗਤ ਆਪ ਸੋਚੇ, SGPC ਇਸ ਦਾ ਜਵਾਬ ਦੇਵੇ, ਜਾਂ ਉਹ ਦਿਨ ਜਿਹਨਾਂ ਨੇ ਦਸਤਾਰਾਂ ਸਜਾਈਆਂ ਸੀਗੀਆਂ। ਤੁਸੀਂ ਫਟਾਫਟ ਭੱਜ ਗਏ ਉਹਦੀਆਂ ਉੱਥੇ ਮੁਲਾਕਾਤਾਂ ਕਰਨ ਨੂੰ, ਤੇ ਤੁਸੀਂ ਜੀ ਅਸੀਂ ਸ਼੍ਰੋਮਣੀ ਕਮੇਟੀ ਨੇ ਵਕੀਲ ਖੜੇ ਕਰਤੇ ਜੀ ਅੰਮ੍ਰਿਤਪਾਲ ਨੂੰ, ਕਿੱਥੇ ਮਰ ਗਏ ਉਹ ਸਾਰੇ ਤੁਹਾਡੇ ਵਕੀਲ? ਤੇ ਕਿੱਥੇ ਗਈਆਂ ਮੁਲਾਕਾਤਾਂ ਬਈ? ਬਿਲਕੁਲ। ਤੇ ਅੱਜ ਕੱਲ੍ਹ ਇੱਕ ਹੋਰ ਨੌਜਵਾਨ, ਮੈਨੂੰ ਦੱਸੋ ਜੀ, ਇਹਦੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਜਦੋਂ ਮਣੀਪੁਰ ਦੇ ਵਿੱਚ ਸ਼ਰੇਆਮ ਅੱਗ ਲੱਗੀ ਹੋਵੇ ਜੀ? ਬਿਲਕੁਲ। ਔਰ ਸਾਰੇ ਥਾਣੇ ਲੁੱਟ ਲੈ ਗਏ ਹੁਣ, ਹਥਿਆਰ ਲੁੱਟ ਲੈ ਗਏ ਹੁਣ, ਔਰ ਉੱਥੇ ਸਰਕਾਰ ਚੱਲੀ ਜਾਵੇ, ਔਰ ਇੱਕ ਵੀ ਬੰਦੇ ਤੇ NSA ਨਹੀਂ ਲੱਗੀ ਉੱਥੇ ਮਣੀਪੁਰ 'ਚ। ਹਾਂਜੀ। ਤੇ ਤੁਹਾਡੇ ਗੁਆਂਢ ਵਿੱਚ ਹਰਿਆਣੇ ਦੇ ਵਿੱਚ, ਨੂੰਹ ਦੇ ਵਿੱਚ ਜੀ, ਬਿਲਕੁਲ ਕੀ ਨਹੀਂ ਹੋਇਆ ਜੀ? ਬਿਲਕੁਲ। ਤੇ ਇੱਕ ਵੀ ਬੰਦੇ ਤੇ NSA ਨਹੀਂ ਲੱਗੀ, ਤੇ ਸਾਡੇ ਮੁੰਡਿਆਂ ਤੇ NSA ਕਿਹੜੇ ਗੁਨਾਹ ਤੇ ਲਾਤੀ ਜੀ ਫਿਰ? ਕਿਉਂਕਿ ਉਹ ਸਿੱਖ ਨੇ, ਕਿਉਂਕਿ ਉਹ ਪੰਜਾਬੀ ਨੇ, ਕਿਉਂਕਿ ਉਹ ਸਿੰਘ ਨੇ। ਤੇ ਫਿਰ ਜਿਹੜੇ ਉਹਨੂੰ ਜਹਾਜ਼ ਚੜਾਉਣ ਵਾਲੇ ਸੀ, ਜਿਹੜੇ ਉਹਨੂੰ ਦੁਬਈ ਤੋਂ ਥਾਪੀ ਦੇ ਕੇ ਤੋਰਨ ਵਾਲੇ ਸੀ, ਔਰ ਜਿਹੜੇ ਇੱਥੇ ਰੰਗੂਨ ਵਾਲੇ ਜਹਾਜ਼ 'ਚ ਉਹਨੂੰ ਚੜਾਉਣ ਵਾਲੇ ਸੀ, ਉਹ ਕਿੱਥੇ ਮਰੇ ਆ ਹੁਣ?
ਕੋਈ ਨਹੀਂ ਜੀ, ਤੁਹਾਡੀਆਂ ਸਵਾਲਾਂ ਦਾ ਜਵਾਬ ਉਹ ਆਪ ਹੀ ਦੇ ਦੇਣ ਤਾਂ ਬਹੁਤ ਚੰਗਾ ਹੈ। ਪਲੇਟਫਾਰਮ ਤੁਹਾਨੂੰ ਦੇ ਦਿੱਤਾ, ਤੁਸੀਂ ਸਵਾਲ ਪੁੱਛ ਲਏ ਆ, ਅਤੇ ਜ਼ਮੀਰ ਜਿਹਨਾਂ ਦੇ ਜਾਗਦੇ ਹੋਣਗੇ ਉਹ ਜ਼ਰੂਰ ਸਾਹਮਣੇ ਆ ਕੇ ਜਵਾਬ ਦੇਣਗੇ। ਅਤੇ ਜੇ ਜਵਾਬ ਨਹੀਂ ਦਿੰਦੇ ਤਾਂ ਓਬਵੀਅਸਲੀ ਫਿਰ ਸੰਗਤ ਤਾਂ ਬੈਠੀ ਹੈ ਗੁਰੂ ਸਮਾਨ, ਉਹਨਾਂ ਨੇ ਆਪੇ ਸਮਝ ਲੈਣਾ ਹੈ, ਉਹਨਾਂ ਦੀ ਆਪੇ ਬਿਰਤੀ ਉੱਥੇ ਤੱਕ ਪਹੁੰਚ ਜਾਣੀ ਹੈ ਵੀ ਆਖਿਰ ਗੱਦਾਰ ਹੈ ਕੌਣ। ਕਿਉਂਕਿ ਮੈਂ ਤਾਂ ਬਥੇਰੇ ਚੀਕ ਕੇ ਦੱਸ ਸਕਿਆ ਗੱਦਾਰੀ ਕਿਹਨੇ ਕੀਤੀ ਹੈ, ਹੋਰ ਵੀ ਬਥੇਰੇ ਜਾਗਦੀਆਂ ਜ਼ਮੀਰਾਂ ਵਾਲੇ ਨੇ ਜਿਹੜੇ ਆਏ ਦਿਨ ਦੱਸਦੇ ਨੇ। ਜਿਹੜਾ ਮਨਜੀਤ ਸਿੰਘ ਦਾ ਮੁੰਡਾ ਨਾ ਜੀ, ਉਹ ਕਾਫੀ ਸਰਗਰਮ। ਮਨਜੀਤ ਸਿੰਘ ਕੌਣ? ਮਨਜੀਤ ਸਿੰਘ ਪੂਰਾ ਕੋ ਨਾ? ਪੂਰਾ ਕੋਨਾ ਭਾਈ ਮਨਜੀਤ ਸਿੰਘ ਦਾ ਮੁੰਡਾ। ਜੀ 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 ਜੀ। ਮੈਨੂੰ ਕੀ ਲੱਗਦਾ ਕਿ ਉਹਨੂੰ ਨਾ ਹੁਣ ਬਲੀ ਚੜਾ ਦੇਣ ਸਾਰੇ ਇਕੱਠੇ। ਅੱਛਾ ਜੀ। ਅਤੇ ਉਹ ਤਾਂ ਅੱਜ ਕੱਲ੍ਹ ਵੈਸੇ ਮੈਂ ਦੇਖ ਰਿਹਾ ਕਈ ਮੰਚਾਂ ਦੇ ਉੱਤੇ ਮਤਲਬ ਨੌਜਵਾਨ ਆਗੂ ਵਾਂਗ ਹੀ ਵਿਚਰ ਰਿਹਾ ਹੈ, ਪਰ ਮੈਂ ਉਹਦੀਆਂ ਸਪੀਚਿਸ ਕਾਫੀ ਹੱਦ ਤੱਕ ਸੁਣੀਆਂ ਨੇ। ਠੀਕ ਹੈ, ਬਹੁਤ ਅੱਛੀ ਸਪੀਚ ਕਰਦੇ ਨੇ, ਪਰ ਨੋ ਡਾਊਟ ਵੀ ਉਸ ਡਰ ਲੱਗਦਾ ਨਾ, ਡਰ ਲੱਗਦਾ ਇਹਨਾਂ ਦੇ ਕਿਰਦਾਰਾਂ ਤੋਂ ਡਰ ਲੱਗਦਾ ਹੈ ਵੀ ਜਿਹੜਾ ਬੱਚਾ ਜਿਹੜਾ ਕੋਈ ਉੱਭਰ ਰਿਹਾ ਉਹਦੇ ਨਾਲ ਇਹਨਾਂ ਨੇ ਕਰਨਾ ਕੀ ਹੈ। ਨਹੀਂ, ਬਟ ਉਹਨਾਂ ਦੀਆਂ ਸਪੀਚਿਸ ਤੁਸੀਂ ਸੁਣਿਓ, ਉਹ ਮੇਰੇ ਹਿਸਾਬ ਦੇ ਨਾਲ ਕੁਛ ਨਹੀਂ ਹੋ ਸਕਦਾ ਇਹੋ ਜਿਹੇ ਤੁਸੀਂ ਜਿਹੜੇ ਚੀਜ਼ ਕਹਿ ਰਹੇ ਹੋ। ਕਿਉਂਕਿ ਦੇਖੋ, ਸਪੀਚ ਜਦੋਂ ਅਸੀਂ ਕਰਦੇ ਹਾਂ ਜਾਂ ਅਸੀਂ ਕਿਸੇ ਨੂੰ ਸੰਬੋਧਨ ਹੁੰਦੇ ਹਾਂ, ਉਸ ਸੰਬੋਧਨ ਦੇ ਵਿੱਚ ਅਸੀਂ ਪੰਜਾਬ ਪੱਖੀ, ਪੰਜਾਬ ਹੱਕੀ ਅਤੇ ਪੰਜਾਬ ਦੇ ਗੱਦਾਰਾਂ ਦੀ ਕਿੰਨੀ ਕੀ ਹਿੱਕ ਠੋਕ ਕੇ ਗੱਲ ਕਰਦੇ ਹਾਂ। ਇਹ ਤਿੰਨੋਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਹਾਂਜੀ ਹਾਂਜੀ, ਠੀਕ ਹੈ ਜੀ। ਉਹਦੇ ਵਿੱਚ ਪੰਜਾਬ ਪੱਖੀ ਅਤੇ ਪੰਜਾਬ ਹੱਕੀ ਗੱਲਾਂ ਬੇਸ਼ੱਕ ਹੋ ਜਾਣ, ਇਤਿਹਾਸ ਨਾਲ ਜੁੜੀਆਂ ਗੱਲਾਂ ਬੇਸ਼ੱਕ ਹੋ ਜਾਣ, ਪਰ ਹਾਲੇ ਤੱਕ ਮੈਂ ਜਿੰਨੀਆਂ ਕਿ ਸਪੀਚਸ ਦੇਖੀਆਂ ਨੇ ਉਹਦੇ ਵਿੱਚ ਕਿਤੇ ਵੀ ਖੁੱਲ੍ਹ ਕੇ ਪੰਜਾਬ ਦੇ ਗੱਦਾਰਾਂ ਦੀ ਗੱਲ ਨਹੀਂ ਕੀਤੀ ਗਈ। ਠੀਕ ਹੈ, ਠੀਕ ਹੈ ਜੀ। ਉਹ ਸੁਣਿਆ ਨਹੀਂ ਉਹਨੂੰ ਜੀ, ਮੈਂ ਉਹਦੇ ਕਲਿੱਪਾਂ ਸੁਣਦਾ ਹੈ ਕਦੀ ਕਦੀ ਜੀ। ਮੈਨੂੰ ਲੱਗਦਾ ਵੀ ਇਹ ਹੁਣ ਮਤਲਬ ਨਵਾਂ ਨੌਜਵਾਨ ਆਗੂ ਪੰਜਾਬ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਰੱਬ ਸੁੱਖ ਰੱਖੇ ਕਿ ਆਪਣੀ ਜ਼ਮੀਨ ਦੇ ਨਾਲ, ਕਹਿੰਦਾ ਵੀ ਮਹਾਰਾਜ ਸੁੱਖ ਰੱਖੇ ਜੀ। ਨਹੀਂ, ਮੈਂ ਉਹੀ ਕਹਿ ਰਿਹਾ, ਅਗਰ ਆਪਣੀ ਜ਼ਮੀਰ ਦੇ ਨਾਲ ਤਿਆਰ ਹੋਵੇ ਇਹ ਸਿੱਖ ਆਗੂ ਤਾਂ ਬਹੁਤ ਚੰਗਾ ਹੈ, ਪਰ ਇਹ ਵੀ ਕਿਤੇ ਮਤਲਬ ਪ੍ਰੋਜੈਕਟਡ ਨਾ ਹੋਵੇ। ਰੱਬ ਕਰੇ ਕਿ ਮੈਂ ਗਲਤ ਸਾਬਿਤ ਹੋਵਾਂ, ਪਰ ਇਹ ਖਦਸ਼ਾ ਮੈਨੂੰ ਹੈ ਪਰਸਨਲੀ। ਮੈਂ ਆਪਣਾ ਨਾਮ ਲੈ ਕੇ ਕਹਿੰਦਾ, ਕਿਸੇ ਦੇ ਉੱਤੇ ਨਹੀਂ ਕਹਿ ਰਿਹਾ, ਇਹ ਖਦਸ਼ਾ ਮੈਨੂੰ ਹੈ ਪਰਸਨਲੀ, ਜੋ ਮੈਨੂੰ ਅਹਿਸਾਸ ਹੋਇਆ। ਠੀਕ ਹੈ, ਅੰਤ ਤਾਂ ਤੁਸੀਂ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ? ਕੁਝ ਸੁਨੇਹਾ? ਮੈਂ ਇਹੀ ਕਹਿਣਾ ਚਾਹੁੰਦਾ ਜੀ, ਸਾਨੂੰ ਜਿਹੜੀ ਸਾਡੀ ਸੰਗਤ ਜਿਹੜੀ ਨਿਰਾਸ਼ ਹੋ ਕੇ ਘਰਾਂ 'ਚ ਬੈਠ ਗਈ ਹੈ ਨਾ, ਤੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਮੈਸੇਜ ਕਰਤਾ ਹੈ ਕਿ ਅਸੀਂ ਡਰਾ ਲਿਆ ਜੀ। ਠੀਕ ਹੈ, ਉਸ ਡਰ ਤੋਂ ਬਾਹਰ ਆਉਣ, ਜਿਹੜੇ ਅਧਿਕਾਰ ਸਾਡੇ ਕੋਲ ਹੈਗੇ ਉਹਨਾਂ ਦਾ ਇਸਤੇਮਾਲ ਕਰਨ। ਅਸੀਂ ਆਪਣੀ ਸ਼ਾਂਤਮਈ ਤਰੀਕੇ ਨਾਲ ਤਾਂ ਮੰਗ ਕਰ ਹੀ ਸਕਦੇ ਹਾਂ ਨਾ। ਬਿਲਕੁਲ ਬਿਲਕੁਲ। ਜੇ ਹੁਣ ਸਾਡੀ ਸ਼ਾਂਤਮਈ ਮੰਗ ਅਸੀਂ ਉੱਥੇ ਆਪਣੇ ਝੋਟੇ ਦੇ ਨੂੰ ਬਾਹਰ ਲਿਆਉਣ ਦੇ ਰੂਪ ਵਿੱਚ ਮਨਾ ਸਕੀਏ ਨਾ। ਬਿਲਕੁਲ ਮਨਾ ਲਈ ਹੈ ਨਾ ਜੀ। ਕਿ ਅਸੀਂ ਇਹਨਾਂ ਨੂੰ ਅਸਾਮ ਚੋਂ ਵਾਪਸ ਲਿਆਉਣ ਲਈ ਵੀ ਕੋਈ ਇਹੋ ਜਿਹਾ ਬਣਾਈਏ ਮੋਰਚਾ, ਲਿਆਈਏ ਇਹਨਾਂ ਨੂੰ ਬਾਹਰ, ਮੁੰਡਿਆਂ ਨੂੰ। ਬਿਲਕੁਲ ਜੀ, ਬਿਲਕੁਲ। ਸਾਨੂੰ ਉੱਦਮ ਜ਼ਰੂਰ ਕਰਨਾ ਚਾਹੀਦਾ, ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੰਦ ਸਾਫ਼ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹਦੇ ਪਾਸੇ ਵੀ ਸਾਨੂੰ ਧਿਆਨ ਕਰਨਾ ਜ਼ਰੂਰੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ, ਹੁਣ ਵੀ ਕਹਿ ਚੁੱਕਾ, ਇਹ ਤਾਂ ਮਸੰਦ ਉਵੇਂ ਹੀ ਨਿਕਲਣਗੇ ਜਿਵੇਂ ਕਰਤਾਰ ਸਿੰਘ ਝੱਬਰ ਉਹਨਾਂ ਦੇ ਜੱਥੇ ਨੇ ਕੱਢੇ ਸੀਗੇ, ਤੇਜਾ ਸਿੰਘ ਪੁੱਤਰ ਉਹਨਾਂ ਨੇ ਜਿਵੇਂ ਕੀਤਾ ਸੀਗਾ। ਉਸ ਟਾਈਮ ਦੇ ਜਥੇਦਾਰ ਜਿਵੇਂ ਇਹਨਾਂ ਦੀ ਬਾਂਹ ਮਰੋੜ ਕੇ ਉਹਨਾਂ ਨੇ ਮਸੰਦਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਭਜਾਇਆ ਸੀ ਨਾ ਜੀ, ਇਹ ਉਹੀ ਭੱਜਣੇ ਨੇ। ਇਹ ਉੱਠਦਾ ਬੁੱਲ ਨਹੀਂ ਡਿੱਗਣਾ। ਦਿੱਲੀ ਵਾਲਿਆਂ ਨੇ ਕਮੇਟੀ ਦੀਆਂ ਚੋਣਾਂ ਨਹੀਂ ਕਰਾਉਣੀਆਂ। ਠੀਕ ਹੈ, ਜਿਹੜੇ ਉਹਨੂੰ ਡੀਕਦੇ ਰਹਿਣਗੇ, ਉਹ ਭਾਵੇਂ ਸਦੀਆਂ ਤੱਕ ਡੀਕਦੇ ਰਹਿਣ, ਕੁਛ ਨਹੀਂ ਹੋਣਾ। ਤੁਹਾਡੇ ਗੁਰਦੁਆਰੇ, ਤੁਹਾਡੇ ਤਖਤ ਐਵੇਂ ਹੀ ਗੁਲਾਮ ਰਹਿਣਗੇ, ਔਰ ਉਹਨਾਂ ਤੇ ਆਪ ਬੈਠੇ ਦਿੱਲੀ ਦੇ ਗੁਲਾਮਾਂ ਦੇ ਗੁਲਾਮ ਸਾਨੂੰ ਬਣਾਉਣ। ਚੜ੍ਹਦੀ ਕਲਾ ਨਹੀਂ ਹੁੰਦਾ ਅਜਿਹਾ ਡਿਬੜੀਬਾ ਜੀ। ਅਸੀਂ ਆਪਣੇ ਵੱਲੋਂ ਪੂਰਾ ਉੱਦਮ ਕਰ ਰਹੇ ਹਾਂ ਅਤੇ ਰੱਬ ਸੁੱਖ ਰੱਖੇ ਬਹੁਤ ਜਲਦ ਤਖਤ ਵੀ ਆਜ਼ਾਦ ਹੋਣਗੇ ਅਤੇ ਸਾਡੀ ਸਿਰਮੌਰ ਜਥੇਬੰਦੀ ਵੀ ਆਜ਼ਾਦ ਹੋਊਗੀ ਅਤੇ ਇਹ ਗੰਦ ਬਹੁਤ ਛੇਤੀ ਸਾਫ਼ ਹੋਗਾ, ਕਿਉਂਕਿ ਸੰਗਤ ਜਾਗਣ ਲੱਗ ਪਈ ਹੈ। ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਇਹਨਾਂ ਨੂੰ ਜ਼ਰੂਰ ਬਾਹਰ ਕੱਢਾਂਗੇ, ਅਤੇ ਜੇਕਰ ਫਿਰ ਵੀ ਨਹੀਂ ਨਿਕਲਦੇ ਫਿਰ ਰੱਬ ਰਾਖਾ। ਫਿਰ ਸਾਡੇ ਜਥੇਦਾਰ ਝੱਬਰ ਵਰਗੇ ਅਗਰ ਆਉਣਗੇ ਸਾਹਮਣੇ ਤਾਂ ਉਹ ਵੀ ਸਿਰ ਮੱਥੇ ਪਰਵਾਹ ਨਹੀਂ ਹੋਣਗੇ ਸੰਗਤ ਨੂੰ। ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਮਤੀ ਸਮਾਂ ਦੇਣ ਵਾਸਤੇ। ਮਿਹਰਬਾਨੀ ਜੀ। ਚੜ੍ਹਦੀ ਕਲਾ। ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਤੁਸੀਂ ਸਾਰੀ ਗੱਲ ਬਾਪੂ ਡਿਬੜਬੀ ਦੀ ਸੁਣੀ, ਤੇ ਹੁਣ ਓਬਵੀਅਸ ਵੀ ਇਹ ਗੱਲਾਂ ਸੁਣ ਕੇ ਕਿਤੇ ਨਾ ਕਿਤੇ ਤੁਹਾਨੂੰ ਵੀ ਅੰਦਰੋਂ ਹੋ ਰਿਹਾ ਹੋਊਗਾ ਕਿ ਕੌਮ 'ਚ ਚੱਲ ਕੀ ਰਿਹਾ ਹੈ, ਅਸੀਂ ਕਰ ਕੀ ਰਹੇ ਹਾਂ। ਹੁਣ ਉਹ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਹੈ ਕਿ ਚੱਲ ਕੀ ਰਿਹਾ, ਤੁਹਾਨੂੰ ਕੀ ਸਮਝ ਆ ਰਿਹਾ, ਕਿਉਂਕਿ ਮੈਂ ਵੀ ਬਹੁਤ ਥਾਵਾਂ ਦੇ ਉੱਤੇ ਕਨਫਿਊਜ਼ ਹਾਂ। ਬਹੁਤ ਸਾਰੀਆਂ ਚੀਜ਼ਾਂ ਪਤਾ ਆ, ਸਾਰੀਆਂ ਦਿਖ ਰਹੀਆਂ ਨੇ, ਸਾਰੀਆਂ ਕੀ ਹੋ ਰਿਹਾ ਹੈ, ਪਰ ਸਾਡੇ ਧਾਰਮਿਕ ਆਗੂ ਇੱਕ ਜੰਗ ਜਿਹੜੀ ਮੈਂ ਇਕੱਲਾ ਨਹੀਂ ਲੜ ਰਿਹਾ, ਸਾਡੇ ਅਗਰ ਗੁਰੂ ਘਰਾਂ ਦੀਆਂ ਹਦੂਦਾਂ ਦੇ ਅੰਦਰ ਕੋਈ ਗਿਰਾਵਟਾਂ ਆ ਗਈਆਂ ਨੇ, ਉਹਨੂੰ ਸੁਧਾਰਨ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਅਗਰ ਮੈਂ ਜੰਗ ਲੜ ਰਿਹਾ, ਤੇ ਉਹੀ ਜੰਗ ਕਿਤੇ ਨਾ ਕਿਤੇ ਬਾਪੂ ਡਿਬੜੀਬਾ ਵੀ ਲੜ ਰਹੇ ਨੇ, ਉਹੀ ਜੰਗ ਭਾਈ ਬਲਦੇਵ ਸਿੰਘ ਵਡਾਲਾ ਵੀ ਲੜ ਰਹੇ ਨੇ, ਭਾਈ ਬਲਦੇਵ ਸਿੰਘ ਸਿਰਸਾ ਵੀ ਲੜ ਰਹੇ ਨੇ, ਉਹੀ ਜੰਗ ਸਾਨੂੰ ਦੇਖ ਕੇ ਲੱਗਦਾ ਹੈ ਭਾਈ ਰਣਜੀਤ ਸਿੰਘ ਵੀ ਲੜ ਰਹੇ ਨੇ। ਪਰ
ਇਹ ਸਾਰੇ ਅਸੀਂ ਇੱਕ ਥਾਂ ਦੇ ਉੱਤੇ ਇਕੱਠੇ ਕਿਉਂ ਨਹੀਂ ਹੁੰਦੇ? ਮੈਂ ਇਹ ਗੱਲਾਂ ਬਹੁਤ ਵਾਰ ਪਹਿਲਾਂ ਵੀ ਕਹੀਆਂ ਤੇ ਸੰਗਤ ਜੀ ਅੱਜ ਵੀ ਮੈਂ ਦਿਲੋਂ ਕਹਿਣਾ ਆ, ਜਿਹੜੇ ਵੀ ਆਪਣੇ ਨਿੱਜੀ ਮਫਾਦ ਛੱਡ ਕੇ, ਆਪਣੇ ਵਿਰੋਧ ਛੱਡ ਕੇ, ਮਤਲਬ ਆਪਣੀਆਂ ਗਰਜਾਂ ਭੁੱਲ ਕੇ ਸਿਰ ਜੋੜ ਲੈਣਗੇ, ਜਿਹੜੇ ਤੁਹਾਨੂੰ ਇੱਕ ਪਲੇਟਫਾਰਮ ਤੇ, ਮੈਂ ਦਿਲੋਂ ਕੋਸ਼ਿਸ਼ ਕਰ ਰਿਹਾ ਹਾਂ ਇਹਦੀ, ਬਾਕੀ ਰੱਬ ਰਾਖਾ, ਮੈਂ ਦਿਲੋਂ ਕੋਸ਼ਿਸ਼ ਕਰ ਰਿਹਾ ਵੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਤੇ ਰੱਬ ਨੇ ਸੁੱਖ ਰੱਖਿਆ, ਗੁਰੂ ਰਾਮਦਾਸ ਦਾ ਆਸ਼ੀਰਵਾਦ ਰਿਹਾ ਤੇ ਬਹੁਤ ਜਲਦੀ ਉਹ ਸਾਰੀਆਂ ਧਾਰਮਿਕ ਸ਼ਖਸੀਅਤਾਂ ਇੱਕ ਮੰਚ ਉੱਤੇ ਤੁਹਾਨੂੰ ਉਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਜ਼ਰ ਆਉਣਗੀਆਂ ਜਿਹੜੀਆਂ ਵਾਕਈ ਦਿਲੋਂ ਚਾਹੁੰਦੀਆਂ ਨੇ ਕਿ ਗੁਰਦੁਆਰਾ ਸੁਧਾਰ ਲਹਿਰ ਸਿਖਰਾਂ ਤੇ ਪਹੁੰਚੇ ਤੇ ਗੁਰੂ ਘਰਾਂ ਦੇ ਵਿੱਚੋਂ ਇਹ ਗੰਧ ਸਾਫ਼ ਹੋਵੇ। ਤੇ ਜਿਹੜਾ ਵੀ ਤੁਹਾਨੂੰ ਉਸ ਵੇਲੇ ਆਪਣੀ ਇੱਕ ਅਲੱਗ ਡੁਗਡੁਗੀ ਵਜਾਉਂਦਾ ਹੋਇਆ ਨਜ਼ਰ ਆਵੇ, ਕੋਈ ਵੀ ਹੋਵੇ, ਉਹ ਚਾਹੇ ਮੈਂ ਹੀ ਕਿਉਂ ਨਾ ਹੋਵਾਂ, ਮੈਂ ਅਗਰ ਤੁਹਾਨੂੰ ਕਿਤੇ ਇਕੱਲਾ ਨਜ਼ਰ ਆਉਂਦਾ ਤਾਂ 20 ਬੰਦੇ ਇੱਕ ਪਾਸੇ ਹੋ ਜਾਣੇ, 20 ਜਥੇਬੰਦੀਆਂ ਇੱਕ ਪਾਸੇ ਹੋਣ, ਕਹਿਣਗੇ ਸੈਣੀ ਗਲਤ ਆ, ਤਾਂ ਮੰਨ ਲਿਓ ਸੈਣੀ ਗਲਤ ਆ। ਉੱਦਾਂ ਹੀ ਅਗਰ ਸਾਰੀਆਂ ਸਿੱਖ ਜਥੇਬੰਦੀਆਂ ਬਹੁਤਾਤ ਇੱਕ ਪਾਸੇ ਹੋ ਕੇ ਗੰਦ ਸਾਫ਼ ਕਰਨ ਵਾਸਤੇ ਆ ਜਾਂਦੀਆਂ ਨੇ ਮੇਰੇ ਹੁੱਕਾ ਦੇਣ ਤੇ ਜਿਹੜਾ ਇਕੱਲਾ ਰਹਿ ਕੇ ਡੁਗਡੁਗੀ ਵਜਾਉਂਦਾ ਆ ਅਲੱਗ-ਅਲੱਗ ਧਿਰਾਂ, ਠੀਕ ਹੈ, ਜਿਨ੍ਹਾਂ ਦੇ ਮੂੰਹ ਤੋਂ ਅੱਜ ਤੱਕ ਨਿਕਲਿਆ ਹੀ ਨਹੀਂ, ਜਿਹੜੇ ਬੋਲ ਹੀ ਨਹੀਂ ਸਕੇ, ਜਿਨ੍ਹਾਂ ਦੇ ਵਿੱਚ ਹਿੰਮਤ ਹੀ ਨਹੀਂ ਹੋਈ ਵੀ ਸੈਣੀ ਗਲਤ ਆ ਜਾਂ ਸਹੀ ਆ, ਮੈਂ ਤਾਂ ਕੀ, ਮੈਨੂੰ ਛੱਡੋ, ਮੈਨੂੰ ਗੋਲੀ ਮਾਰੋ, ਮੈਂ ਗਲਤ ਆ ਜਾਂ ਸਹੀ ਆ। ਜੋ ਸਵਾਲ ਪੁੱਛੇ ਨੇ SGPC ਦੇ ਵਿੱਚ, ਜੋ ਗਿਰਾਵਟਾਂ ਆਈਆਂ ਨੇ, ਉਹ ਸੱਚੀਆਂ ਨੇ ਜਾਂ ਝੂਠੀਆਂ ਨੇ? ਜਿਹੜੇ ਸਵਾਲ ਮੈਂ ਚੱਕੇ, ਜਿਹੜੇ ਇਲਜ਼ਾਮ ਲਗਾਏ ਆ, ਜਿਹੜੇ ਮੈਂ SGPC ਦੇ ਖੁਲਾਸੇ ਜੱਗ ਜ਼ਾਹਿਰ ਕੀਤੇ, ਉਹੀ ਸੇਮ ਬਹੁਤ ਜਾਣੇ ਨੇ ਜਿਹੜੇ ਕਰ ਰਹੇ ਨੇ, ਜਿਹੜੀਆਂ ਗੱਲਾਂ ਮੈਂ ਕਹੀਆਂ ਉਹ ਬਹੁਤ ਜਾਣਿਆਂ ਨੇ ਰਿਪੀਟ ਕੀਤੀਆਂ, ਉਹਨਾਂ ਤੋਂ ਵੀ ਕਈ ਐਵੀਡੈਂਸ ਲੈ ਕੇ ਮੈਂ ਜੱਗ ਜ਼ਾਹਿਰ ਕੀਤੇ। ਪਰ ਫਿਰ ਵੀ ਅਸੀਂ ਇੱਕ ਦੂਜੇ ਦਾ ਸਾਥ ਕਿਉਂ ਨਹੀਂ ਦੇ ਸਕਦੇ? ਅਸੀਂ ਇੱਕ ਦੂਜੇ ਦੀ ਹਾਮੀ ਕਿਉਂ ਨਹੀਂ ਭਰਦੇ? ਮੈਂ ਪਹਿਲਾਂ ਵੀ ਕਿਹਾ, ਜਿਹਨੇ ਕ੍ਰੈਡਿਟ ਲੈਣਾ ਉਹ ਕ੍ਰੈਡਿਟ ਲਵੋ, ਮੈਨੂੰ ਕੋਈ ਕ੍ਰੈਡਿਟ ਨਹੀਂ ਚਾਹੀਦਾ। ਮੇਰੇ ਵਾਸਤੇ ਸਭ ਤੋਂ ਵੱਡਾ ਕ੍ਰੈਡਿਟ ਇਹੀ ਹੈ ਵੀ ਗੁਰੂ ਘਰਾਂ 'ਚੋਂ ਜੇ ਅਸੀਂ ਇਹ ਗੰਦ ਸਾਫ਼ ਕਰ ਦਿੰਦੇ ਹਾਂ ਤਾਂ ਉਸ ਤੋਂ ਵੱਡਾ ਕ੍ਰੈਡਿਟ ਮੇਰੇ ਹਿਸਾਬ ਨਾਲ ਸਾਰੀ ਸੰਗਤ ਵਾਸਤੇ, ਮਤਲਬ ਨਾਨਕ ਨਾਮ ਲੇਵਾ, ਉਸ ਤੋਂ ਵੱਧ ਕੁਛ ਨਹੀਂ ਹੋ ਸਕਦਾ। ਤੇ ਵਿਸ਼ਾਲ ਨਾਥ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਕਾਲਿਆ ਪਰਸੋਂ ਮੇਰੇ ਹੱਕ ਦੇ ਵਿੱਚ ਹਿੰਦੂ ਵੀਰ ਨੇ ਵੀਡੀਓ ਪਾਈ ਹੈ ਤੇ ਆਬਵੀਅਸ ਹੈ, ਪਤਾ ਹੈ ਕਿ ਉਹ ਦਿੱਲੀ ਮੋਰਚੇ ਤੋਂ ਲੈ ਕੇ ਹਰ ਥਾਂ ਦੇ ਉੱਤੇ, ਈਵਨਦੀਪ ਸਿੱਧੂ ਦੇ ਨਾਲ ਵੀ ਕਈ ਵਾਰ ਅਸੀਂ ਇਕੱਠੇ ਰਹੇ ਹਾਂ, ਬਹੁਤ ਸਮਾਂ ਅਸੀਂ ਇਕੱਠੇ ਬਿਤਾਇਆ ਦਿੱਲੀ, ਜਦੋਂ ਵੀ ਅਪ ਡਾਊਨ ਕਰਨਾ ਮੈਂ ਤੇ ਵਿਸ਼ਾਲ ਨਾਥ ਮੋਸਟ ਪ੍ਰੋਬਬਲੀ ਇਕੱਠੇ ਹੀ ਹੁੰਦੇ ਸੀ। ਤੇ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਹੈਗੇ ਨੇ ਉਹ ਸਾਥ ਦੇ ਰਹੇ ਨੇ, ਦਿੰਦੇ ਰਹਿਣਗੇ। ਤੇ ਮੈਂ ਇਹੀ ਸੰਗਤ ਨੂੰ ਬੇਨਤੀ ਕਰਦਾ ਵੀ ਚੜ੍ਹਦੀ ਕਲਾ 'ਚ ਆ, ਜੋ ਵੀ ਪਰਮਾਤਮਾ ਨੇ ਫੈਸਲਾ ਲਿੱਤਾ ਹੈ ਬਹੁਤ ਵਧੀਆ ਲਿੱਤਾ ਹੈ ਤੇ ਅਦਾਲਤਾਂ ਉੱਤੇ ਸਾਨੂੰ ਪੂਰਾ ਭਰੋਸਾ ਹੈ, ਜੱਜ ਸਾਹਿਬਾਨ ਵੀ ਜੋ ਫੈਸਲਾ ਲੈਣਗੇ ਬਹੁਤ ਵਧੀਆ ਤੇ ਚੰਗਾ ਹੀ ਲੈਣਗੇ। ਸੋ ਬਣੇ ਰਹੋ ਮੇਰੇ ਨਾਲ ਤੇ ਸਾਥ ਐਵੇਂ ਹੀ ਦਿੰਦੇ ਰਹੋ, ਫਿਕਰ ਨਾ ਕਰਨਾ। ਹੱਕ ਸੱਚ ਦੀ ਆਵਾਜ਼ ਚੱਕੀ ਹੈ ਤੇ ਹੱਕ ਸੱਚ ਦੀ ਆਵਾਜ਼ ਚੱਕਦੇ ਰਹਾਂਗੇ, ਜ਼ੁਬਾਨ ਐਵੇਂ ਬੰਦ ਨਹੀਂ ਹੋਣ ਵਾਲੀ ਜਦੋਂ ਤੱਕ ਇਹ ਜੰਗ ਅਸੀਂ ਜਿੱਤਦੇ ਨਹੀਂ। ਜਿੱਤਾਂਗੇ, ਲੜਾਂਗੇ, ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੜਾਂਗੇ ਤੇ ਉਮੀਦ ਕਰਦਾ ਕਿ ਤੁਹਾਡੀਆਂ ਵੀ ਜ਼ਮੀਰਾਂ ਸਾਰਿਆਂ ਦੀਆਂ ਜਾਗਦੀਆਂ ਨੇ, ਤੁਸੀਂ ਵੀ ਇਸ ਦੇ ਵਿੱਚ ਮੇਰਾ ਸਾਥ ਜ਼ਰੂਰ ਦਿਓਗੇ। ਤੇ ਜਿਨ੍ਹਾਂ ਨੇ ਵੀ ਮੈਂ ਇਹ ਬੇਨਤੀ ਕੀਤੀ ਸੀ ਵੀ ਜਿਨ੍ਹਾਂ ਨੇ ਵੀ ਗੋਲਡ ਚੜਾਇਆ, ਜ਼ਮੀਨਾਂ ਦਿੱਤੀਆਂ, ਗੁਪਤਦਾਨ ਕੀਤੇ, ਉਹ ਹਿਸਾਬ ਕਿਤਾਬ ਕਿਰਪਾ ਕਰਕੇ ਮੰਗੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। ਤੇ ਨਾਲੇ ਮਾਨ ਸਾਹਿਬ ਬੇਨਤੀ ਆ ਹੱਥ ਬੰਨ੍ਹ ਕੇ, ਹੁਣ ਤਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਜਿਹੜਾ ਭੰਗ ਕਰਕੇ ਕੁਛ ਕਰ ਲਓ, ਹੁਣ ਤਾਂ ਆਡਿਟ ਕਰਵਾ ਲਓ, ਹੁਣ ਤਾਂ ਪਾਣੀ ਨੱਕ ਤੋਂ ਉੱਤੇ ਹੋ ਗਿਆ ਜੀ। ਸੋ ਸੰਗਤ ਜੀ ਦਿਓ ਇਜਾਜ਼ਤ, ਬਣੇ ਰਹੋ, ਸੱਚ ਨੂੰ ਸੱਚ, ਝੂਠ ਨੂੰ ਝੂਠ ਬੋਲਦੇ ਰਹੋ, ਡਰਨਾ ਨਹੀਂ। ਬਸ ਜ਼ਬਰ ਦਾ ਸਾਹਮਣਾ ਸਬਰ ਨਾਲ ਬਹੁਤ ਕੀਤਾ ਹੈ, ਅੱਗੇ ਵੀ ਕਰਾਂਗੇ, ਪਰ ਜੁੱਤੀਆਂ ਨਹੀਂ ਗਲਤ ਲੋਕਾਂ ਤੋਂ ਖਾਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।